ਹੁਣ ਤੁਸੀਂ ਇੱਕ ਵੱਖਰੀ ਪਾਰਟੀ ਯਾਨੀ ਕਿ ਇੱਕ ਵੱਡੀ ਪਾਰਟੀ ਚੌਥਾ ਫਰੰਟ ਜਿਹਦੀ ਬਹੁਤ ਚਰਚਾ ਹੋ ਰਹੀ ਸੀਗੀ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰਕੇ ਇੱਕ ਚੌਥਾ ਫਰੰਟ ਲੈ ਕੇ ਹੁਣ ਉੱਭਰਨ ਵਾਲੇ ਨੇ। ਤੁਹਾਡੀ ਪਾਰਟੀ ਐਸਾ ਕੀ ਲੈ ਕੇ ਆਊਗੀ ਜਿਹੜੀ ਹੋਰਾਂ ਪਾਰਟੀਆਂ ਨੇ ਹੁਣ ਤੱਕ ਨਹੀਂ ਕੀਤਾ, ਜਾਂ ਐਸੇ ਕਿਹੜੇ ਮੁੱਦੇ ਹੋਣਗੇ ਜਿਹੜੇ ਹੋਰਾਂ ਪਾਰਟੀਆਂ ਵੱਲੋਂ ਨਹੀਂ ਚੁੱਕੇ ਗਏ? ਢੀਂਡਸਾ ਸਾਹਿਬ ਨੇ, ਬ੍ਰਹਮਪੁਰਾ ਸਾਹਿਬ ਨੇ ਇਕੱਠੇ ਹੋ ਕੇ ਇੱਕ ਸ਼ੁਰੂਆਤ ਕੀਤੀ ਹੈ ਇੱਕ ਐਸੇ ਚੌਥੇ ਫਰੰਟ ਦੀ ਜਿਹੜਾ ਇੱਕ ਵਿਕਲਪ ਦੇਵੇਗਾ ਪੰਜਾਬ ਨੂੰ ਕਿ ਤੁਸੀਂ ਇਹਨਾਂ ਨੂੰ ਵੋਟ ਪਾਓ। ਇਸ ਨਾਲ ਕੀ ਹੈ ਕਿ ਜਦੋਂ ਤੁਸੀਂ ਇਮਾਨਦਾਰੀ ਨਾਲ ਉਹਨਾਂ ਲੋਕਾਂ ਨੂੰ ਤੁਸੀਂ ਨਵਜੋਤ ਸਿੱਧੂ ਜੀ ਨੇ, ਪ੍ਰਗਟ ਸਿੰਘ ਜੀ ਨੇ, ਭਗਵੰਤ ਮਾਨ ਜੀ ਨੇ, ਇੰਨੇ ਹੋਰ ਮੈਂ ਸਮਝਦਾ ਜਿਹੜੇ ਕਿਸਾਨ ਜਥੇਬੰਦੀਆਂ ਚੋਂ ਹੈ, ਨੌਜਵਾਨ ਵੀ ਹੈ, ਲੱਖਾ ਸਿਧਾਣਾ, ਦੀਪ ਸਿੱਧੂ ਵਰਗੇ ਹੋਰ ਵੀ ਮੈਂ ਇਹ ਗਿਣੂੰਗਾ ਕਿ ਕਿਸਾਨ ਲੀਡਰਸ਼ਿਪ ਵੀ ਹੈ। ਮੈਂ ਕਹਿੰਦਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਹੈ। ਆਪਣਾ ਬੱਚਾ ਆਪਾਂ ਨੂੰ ਝੂਠ ਬੋਲੇ ਆਪਾਂ ਨੂੰ ਕਿੰਨਾ ਬੁਰਾ ਲੱਗਦਾ ਹੈ, ਤੇ ਜੇ ਸਾਰੇ ਪੰਜਾਬ ਨੂੰ ਇਹ ਦੋ ਪਰਿਵਾਰਾਂ ਨੇ ਝੂਠ ਬੋਲਿਆ, ਮੀਟਿੰਗਾਂ ਕਰਕੇ ਇੱਕ ਹੋ ਗਏ, ਇੱਕ ਦੂਜੇ ਦੇ ਕੇਸ ਖਤਮ ਕਰ ਦਿੱਤੇ, ਫਿਰ ਉਸ ਤੋਂ ਬਾਅਦ ਇਹ ਵੀ ਫੈਸਲਾ ਕਰ ਲਿਆ ਵੀ ਤੂੰ 5 ਸਾਲ ਆ ਲੁੱਟਣਾ ਹੈ, ਅਗਲੇ 5 ਸਾਲ ਫਿਰ ਮੈਂ ਲੁੱਟੂੰਗਾ, ਤੂੰ ਨਹੀਂ ਬੋਲਣਾ। ਜਦੋਂ ਇੱਥੋਂ ਤੱਕ ਇਹ ਸੋਚਦੇ ਆ ਲੋਕ ਬੇਵਕੂਫ ਹੈ ਜੀ, ਲੋਕਾਂ ਨੂੰ ਕੀ ਪਤਾ ਲੱਗਦਾ ਹੈ। ਮੈਂ ਸਮਝਦਾ ਇਹਨਾਂ ਨੂੰ ਸਭ ਤੋਂ ਵੱਡੀ ਸਜ਼ਾ ਇਹ ਮਿਲਣੀ ਚਾਹੀਦੀ ਹੈ ਕਿ ਤੁਸੀਂ ਰੱਬ ਨੂੰ, ਜੋ ਖਲਕਤ ਵਿੱਚ ਖੁਦਾ ਵਸਦਾ ਹੈ, ਲੋਕਾਂ ਦੇ ਵਿੱਚ ਰੱਬ ਵਸਦਾ, ਤੁਸੀਂ ਰੱਬ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੀ ਸਜ਼ਾ ਆਪਣੇ ਦੇਸ਼ ਦਰੋਹੀ ਦੀ ਸਜ਼ਾ ਦੇ ਬਰਾਬਰ ਹੋਣੀ ਚਾਹੀਦੀ। ਅੱਛਾ, ਐਸਾ ਕੀ ਤੁਹਾਨੂੰ ਕੀ ਲੱਗਦਾ ਵੀ ਐਸਾ ਕਿਹੜਾ ਸ਼ਖਸ ਹੈ ਜਾਂ ਐਸੀ ਕਿਹੜੀ ਪਾਰਟੀ ਹੈ ਜਿਹਦੇ ਕਰਕੇ ਇੱਕ ਪੰਥਕ ਪਾਰਟੀ ਜਿਹੜੀ ਬਹੁਤ ਵੱਡੀ ਪਾਰਟੀ ਬਣ ਕੇ ਉੱਭਰੀ ਸੀ, ਸ਼੍ਰੋਮਣੀ ਅਕਾਲੀ ਦਲ, ਵੀ ਉਸਨੂੰ ਇੱਕ ਪੰਥਕ ਪਾਰਟੀ ਜਿਹੜੀ ਕਿਹਾ ਜਾਂਦਾ ਸੀ, ਪਰ ਅੱਜ ਉਹ ਬਦਨਾਮ ਬਹੁਤ ਹੈ। ਬਦਨਾਮ ਕਰਨ ਦੇ ਵਿੱਚ ਤੁਸੀਂ ਕਿਹਦਾ ਹੱਥ ਮੰਨਦੇ? ਮਜੀਠੀਆ ਪਰਿਵਾਰ ਦਾ ਸਭ ਤੋਂ ਪਹਿਲੇ ਨੰਬਰ ਤੇ, ਸੁਖਬੀਰ ਬਾਦਲ ਦਾ ਕਿਉਂ ਕਰਕੇ ਉਹਦੇ ਵਿੱਚ ਰੀੜ੍ਹ ਦੀ ਹੱਡੀ ਨਹੀਂ ਹੈ, ਔਰ ਵੱਡੇ ਬਾਦਲ ਸਾਹਿਬ ਦਾ ਕਿਉਂ ਕਰਕੇ ਉਹ ਧ੍ਰਿਤ ਰਾਸ਼ਟਰ ਬਣ ਕੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਦੇਖਦੇ ਰਹੇ ਜਦ ਕਿ ਦ੍ਰੋਪਦੀ ਦਾ ਵਸਤਰ ਹਰਨ ਹੁੰਦਾ ਰਿਹਾ, ਪੰਜਾਬ ਦੀ ਲੁੱਟ ਹੁੰਦੀ ਰਹੀ, ਔਰ ਧ੍ਰਿਤ ਰਾਸ਼ਟਰ ਅੱਖਾਂ ਬੰਦ ਕਰਕੇ ਉਹਦੇ ਤੇ ਪਰਦਾ ਪਾਉਂਦਾ ਰਿਹਾ ਕਿ ਇਹ ਮੈਨੂੰ ਨਹੀਂ ਜੀ ਕੁਝ ਵੀ ਪਤਾ, ਮੈਨੂੰ ਨਹੀਂ ਜੀ ਪਤਾ ਦਿਖਦਾ ਕੁਝ ਵੀ। ਪੰਜਾਬ ਦੇ ਉੱਪਰ ਅਮਰਵੇਲ ਹੁੰਦੀ ਹੈ, ਇੱਕ ਅਮਰਵੇਲ, ਉਹ ਜਿਹੜੇ ਦਰਖਤ ਤੇ ਚੜ੍ਹਦੇ ਨਾ, ਇਹ ਦਰਖਤ ਦਾ ਸਾਰਾ ਨਿਊਟ੍ਰੀਸ਼ਨ ਸੋਖ ਲੈਂਦੀ ਹੈ। ਉਹਦੀ ਆਪ ਦੀ ਕੋਈ ਉਹਦੀਆਂ ਬਾਹਾਂ ਨਹੀਂ ਹੁੰਦੀਆਂ, ਕੋਈ ਉਹਦਾ ਆਪ ਦੀਆਂ ਉਹ ਨਹੀਂ ਹੁੰਦੀਆਂ, ਉਹ ਸਿਰਫ ਜਿਹੜੀ ਦਰਖਤ ਤੇ ਚੜ੍ਹੀ ਹੁੰਦੀ ਹੈ। ਪੰਥ ਦੇ ਉੱਤੇ ਇਹ ਪਰਿਵਾਰ ਹੈ ਤਾਂ ਮੇਰਾ ਪਰਿਵਾਰ ਹੀ, ਮੈਨੂੰ ਸ਼ਰਮ ਨਾਲ ਕਹਿਣਾ ਪੈਂਦਾ ਹੈ, ਇਹ ਸਾਰੇ ਜਿਹੜੇ ਮੈਂਬਰ ਹੈ ਨਾ, ਇਹ ਅਮਰਵੇਲ ਵਾਂਗੂ ਪੰਥ ਤੇ ਲੱਗੇ ਹੋਏ ਨੇ, ਔਰ ਇਹ ਪੰਥ ਦਾ ਖਿੱਚ ਕੇ ਪੈਸਾ, ਤਾਕਤ, ਇਹ ਪੰਥ ਨੂੰ ਕਮਜ਼ੋਰ ਕਰ ਰਹੇ ਨੇ। ਜਿਹੜਾ ਕੈਪਟਨ ਹੈ, ਜਿਹੜਾ ਬਾਦਲ ਪਰਿਵਾਰ ਹੈ, ਉਹ ਤਾਂ ਇੰਨੇ ਜੁੜੇ ਹੋਏ ਹੈ, ਇੰਨੇ ਇਕੱਠੇ ਹੈ ਕਿ ਉਹਨਾਂ ਵਿੱਚੋਂ ਤਾਂ ਸੂਈ ਨਹੀਂ ਟੱਪਦੀ। ਉਹਨਾਂ ਨੇ ਜਿਹੜਾ ਫਾਰਮ ਹਾਊਸ ਹੈ, ਉਹ ਕੈਪਟਨ ਸਾਹਿਬ ਦਾ ਫਾਰਮ ਹਾਊਸ ਤੇ ਬਾਦਲ ਸੁਖਬੀਰ ਦਾ ਹੋਟਲ ਹੈ ਜਿਹੜਾ ਸੁਖ ਵਿਲਾਸ, ਉਹ ਇੰਨਾ ਕੁ ਨੇੜੇ ਹੈ ਵੀ ਸ਼ਾਮ ਨੂੰ ਸੈਰ ਕਰਦੇ ਦੋਹੇ ਮਿਲ ਸਕਦੇ। ਹੁਣ ਡੇਰਾ ਪ੍ਰੇਮੀ ਤਾਂ ਸ਼ਰੇਆਮ ਕਹਿੰਦੇ ਆ ਵੀ ਜਿਹੜੀ ਹਰਸਿਮਰਤ ਜਿੱਤੀ ਹੈ MP ਦੀ, ਆ ਜਿਹੜੀ ਹੁਣ ਆ ਪਿਛਲੇ ਵਾਰ, ਤੇ ਇਹ ਸਾਡੀਆਂ ਵੋਟਾਂ ਤੋਂ ਬਿਨਾਂ ਜਿੱਤ ਗਈ, ਇਹ ਸਾਡੀ, ਅਸੀਂ ਨਾ ਵੋਟ ਪਾਉਂਦੇ ਲੱਖ ਵੋਟ ਤੇ ਹਾਰ ਗਈ। ਇੱਕ ਵੀ ਕਿਸਾਨ ਦੇ ਪਿੰਡੇ ਤੇ ਜੇ ਖਰੋਚ ਆਊਗੀ ਨਾ ਤਾਂ 20-30 ਸਾਲਾਂ ਤੱਕ ਜਿਵੇਂ ਪੰਜਾਬ ਦਾ ਹਾਲ ਜੋ ਪਹਿਲਾਂ ਹੋਇਆ ਨਾ, ਉਹ ਹੁਣ ਦੇਸ਼ ਦਾ ਹਾਲ ਉਹ ਹੋ ਜਾਊਗਾ। ਭੁੱਲ ਕੇ ਵੀ ਮੋਦੀ ਜੀ ਗਲਤੀ ਨਾ ਕਰ ਲਿਓ, ਬਸ ਇਹ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ। ਤੁਹਾਡੇ ਸਲਾਹਕਾਰ ਜਾਂ ਤੁਹਾਡੇ ਉਹ ਅਫਸਰ, IAS ਅਫਸਰ ਜਿਹੜੇ AC ਕਮਰਿਆਂ 'ਚ ਬਹਿ ਕੇ ਤੁਹਾਨੂੰ ਸਲਾਹ ਦਿੰਦੇ ਨੇ, ਵੇਖਿਓ ਅੱਗੇ ਇੰਦਰਾ ਗਾਂਧੀ ਨੇ ਇਹੀ ਪੰਗਾ ਲੈ ਲਿਆ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ ਨਿਰਪੱਖ ਪੋਸਟ ਚੈਨਲ ਦੇਖ ਰਹੇ ਦਰਸ਼ਕਾਂ ਸਰੋਤਿਆਂ ਦਾ ਸਵਾਗਤ ਕਰਦਾ। ਉਮੀਦ ਕਰਦਾ ਸਰੋਤਿਓ ਤੁਸੀਂ ਠੀਕ ਠਾਕ ਹੋਵੋਗੇ।
ਕਰੋਨਾ ਦੀ ਇਸ ਮਹਾਮਾਰੀ ਦੇ ਟਾਈਮ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ, ਤੰਦਰੁਸਤ ਹੋਵੋਗੇ, ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖ ਰਹੇ ਹੋਵੋਗੇ। ਦੋਸਤੋ 22 ਦੀ ਸਿਆਸਤ ਜੇ ਦੇਖੀਏ, 22 ਦੀਆਂ ਚੋਣਾਂ ਦੇਖੀਏ ਤਾਂ ਦਿਨੋਂ ਦਿਨ ਹੁਣ ਬਹੁਤ ਘੱਟ ਸਮਾਂ ਰਹਿ ਗਿਆ, ਤਕਰੀਬਨ 8-9 ਮਹੀਨੇ ਦਾ ਸਮਾਂ ਰਹਿ ਗਿਆ ਆ ਕਿ 22 ਦੀਆਂ ਚੋਣਾਂ ਹੁਣ ਬਿਲਕੁਲ ਵਿਹੜੇ ਤੇ ਖੜੀਆਂ ਨੇ। ਤੇ 22 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਫੀ ਪਾਰਟੀਆਂ ਜਿਹੜੀਆਂ ਨੇ ਹੁਣ ਰਾਜਨੀਤਿਕ ਤੰਜ ਕੱਸਣੀਆਂ ਇੱਕ ਦੂਜੇ ਦੇ ਵਿੱਚ ਸ਼ੁਰੂ ਹੋ ਚੁੱਕੇ ਨੇ। ਕਾਫੀ ਸਮੇਂ ਪਹਿਲਾਂ ਜਿਹੜਾ ਇੱਕ ਵਿਚਾਰ ਚਰਚਾ ਕੀਤੀ ਜਾ ਰਹੀ ਸੀ ਕਿ ਚੌਥਾ ਫਰੰਟ ਜਿਹੜਾ ਸਾਹਮਣੇ ਆਵੇਗਾ, ਪਰ ਇਹ ਵੀ ਹੁਣ ਤੈਅ ਹੋ ਚੁੱਕਾ ਹੈ ਕਿ ਚੌਥਾ ਫਰੰਟ ਸੱਚਮੁੱਚ ਦੇ ਵਿੱਚ ਜਿਹੜਾ ਸਾਹਮਣੇ ਲਿਆਂਦਾ ਜਾਵੇਗਾ। ਹੋ ਸਕਦਾ ਹੈ ਕਿ ਇੱਕ ਵਿਰੋਧੀ ਪਾਰਟੀ ਬਣ ਕੇ ਪੰਜਾਬ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਵੇ। ਪੰਜਾਬ ਦੀ ਜੇ ਸਿਆਸਤ ਦੀ ਜੇ ਮੈਂ ਗੱਲ ਕਰਾਂ ਤਾਂ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਪਰਿਵਾਰ ਹੋਇਆ, ਇੱਕ ਬਹੁਤ ਵੱਡੀ ਪਾਰਟੀ, ਪੰਥਕ ਪਾਰਟੀ ਜਿਹੜੀ ਨਿਕਲੀ ਸੀ, ਜਿਸ ਦੇ ਵਿੱਚੋਂ ਕਾਫੀ ਦਰਾਰਾਂ ਪਈਆਂ। ਉਸ ਦਰਾਰਾਂ ਦੇ ਵਿੱਚ ਕਾਫੀ ਵੱਡੇ ਵੱਡੇ ਚਿਹਰੇ ਜਿਹੜੇ ਸੀ ਵੱਖ-ਵੱਖ ਪਾਰਟੀਆਂ ਦੇ ਵਿੱਚ ਜਾ ਕੇ ਵੀ ਸ਼ਾਮਲ ਹੋਏ, ਜਿਵੇਂ ਕਿ ਮਨਪ੍ਰੀਤ ਸਿੰਘ ਬਾਦਲ। ਉਹਨਾਂ ਦੇ ਵਿੱਚੋਂ ਹੀ ਅੱਜ ਇੱਕ ਚਿਹਰਾ ਅੱਜ ਮੇਰੇ ਨਾਲ ਇਸ ਇੰਟਰਵਿਊ ਦੇ ਵਿੱਚ ਮੌਜੂਦ ਹੋਣਗੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਯੂਥ ਪ੍ਰੈਜ਼ੀਡੈਂਟ ਬਾਬੀ ਬਾਦਲ ਜੀ ਅੱਜ ਸਾਡੇ ਨਾਲ ਇਸ ਇੰਟਰਵਿਊ ਦੇ ਵਿੱਚ ਮੌਜੂਦ ਹੋਣਗੇ। ਉਹਨਾਂ ਨਾਲ ਗੱਲਬਾਤ ਕਰਾਂਗੇ 22 ਦੀ ਸਿਆਸਤ ਬਾਰੇ ਜਾਂ ਹੋਰ ਜਿਹੜੇ ਹਾਲ ਹੀ ਦੇ ਵਿੱਚ ਮੁੱਦੇ ਚੱਲ ਰਹੇ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਰ ਦਾ ਸਵਾਗਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਲ ਸਾਹਿਬ, ਕਰੋਨਾ ਟਾਈਮ ਚੱਲ ਰਿਹਾ, ਸਿਹਤ ਕਿਵੇਂ ਹੈ? ਗੁਰੂ ਮਹਾਰਾਜ ਦੀ ਬੜੀ ਮਿਹਰ ਹੈ ਜੀ। ਇੱਕ ਵਾਰ ਤਾਂ ਸਾਨੂੰ ਹੋ ਗਿਆ ਸਾਰਿਆਂ ਨੂੰ। ਮੇਰੀ ਵਾਈਫ ਡਾਕਟਰ ਹੈ ਔਰ ਇਹ ਇੱਕ ਵਾਰ ਘਰ ਵਿੱਚ ਜਦੋਂ ਵੜ ਜੇ ਤਾਂ ਤਕਰੀਬਨ 90% ਮੈਂਬਰਾਂ ਨੂੰ ਇਹ ਕਰ ਦਿੰਦਾ, ਅਫੈਕਟ ਕਰ ਦਿੰਦਾ। ਮੈਨੂੰ ਮੇਰੀ ਬਜ਼ੁਰਗ ਮਾਤਾ ਦੀ ਸਭ ਤੋਂ ਵੱਧ ਚਿੰਤਾ ਸੀਗੀ। ਉਹ ਮਹਾਰਾਜ ਨੇ ਬੜੀ ਕਿਰਪਾ ਰੱਖੀ। ਉਹਨਾਂ ਨੂੰ ਅਸੀਂ ਆਈਸੋਲੇਟ, ਮਤਲਬ ਅਸੀਂ ਆਪ ਆਈਸੋਲੇਟ ਹੋ ਕੇ ਉਹਨਾਂ ਤੱਕ ਨਹੀਂ ਪਹੁੰਚਣ ਦਿੱਤਾ। ਉਹਦਾ ਬੜੀ ਕਿਰਪਾ ਸੱਚੇ ਪਾਤਸ਼ਾਹ ਨੇ ਕੀਤੀ। ਔਰ ਹੁਣ ਅਸੀਂ ਸ਼ਾਟ ਲਵਾਉਣ ਜਾ ਰਹੇ ਹਾਂ ਕਰੋਨਾ ਦੇ ਜਿਹੜੇ ਸ਼ਾਟਸ ਹੈ ਉਹ ਵੈਕਸੀਨ ਦੇ। ਅਨਫੋਰਚੂਨੇਟਲੀ ਹੁਣ ਵੈਕਸੀਨ ਘੱਟ ਗਈ, ਬਹੁਤ ਘੱਟ ਗਈ। ਮੈਂ ਦੱਸਣਾ ਚਾਹੁੰਦਾ ਜਿਵੇਂ ਸਿਹਤ ਮੰਤਰੀ ਜੀ ਦਾ ਬਿਆਨ ਆਇਆ ਸੀ ਕਿ ਸਾਡੇ ਕੋਲ 1 ਦਿਨ ਦੀ ਵੈਕਸੀਨ ਹੈ ਪੰਜਾਬ ਕੋਲ, ਜੇ ਪਿੱਛੋਂ ਨਾ ਆਵੇ। ਔਰ ਮੇਰੇ ਧਰਮ ਪਤਨੀ ਜੀ ਜਿਹੜੇ ਡਾਕਟਰ ਨੇ ਔਰ ਸਰਕਾਰੀ SMO ਲੱਗੇ ਹੋਏ ਨੇ, ਉਹ ਮੈਨੂੰ ਦੱਸ ਰਹੇ ਸੀ ਅੱਜ ਸੁਬਾਹ ਕਿ ਉਹਨਾਂ ਕੋਲ 40 ਵੈਕਸੀਨ ਰਹਿ ਗਈਆਂ ਸਿਰਫ, ਔਰ ਉਹ 40 ਸ਼ਾਟ ਰਹਿ ਗਏ ਨੇ। ਅਤੇ ਸੋ ਇਸ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਵੈਕਸੀਨ ਵਗੈਰਾ, ਆਕਸੀਜਨ ਦੀ ਸਪਲਾਈ, ਉਹ ਸਾਰਾ ਭਰਪੂਰ ਆਉਣਾ ਚਾਹੀਦਾ ਪੰਜਾਬ ਵਿੱਚ। ਮਹਾਰਾਸ਼ਟਰ ਦੇ ਵਿੱਚ ਤੁਸੀਂ ਕੱਲ੍ਹ ਸੁਣਿਆ ਹੀ ਹੋਊਗਾ ਕਿ ਜਿਹੜਾ ਆਕਸੀਜਨ ਦਾ ਟੈਂਕ ਜਿਹੜਾ ਲੀਕ ਹੋਇਆ, ਉਸ ਦੇ ਕਾਰਨ ਜਿਹੜਾ 22 ਮੌਤਾਂ ਜਿਹੜੀਆਂ ਨੇ ਉੱਥੇ ਜਿਹੜੇ ਕੋਰੋਨਾ ਪੇਸ਼ੈਂਟ ਸੀ ਉਹਨਾਂ ਦੀਆਂ ਹੋਈਆਂ। ਮਹਾਰਾਸ਼ਟਰ ਦੇ ਇੱਕ ਹਸਪਤਾਲ ਦੇ ਬਾਹਰ ਜਿਹੜਾ ਦੇਖਿਆ ਜਾਵੇ ਤਾਂ ਇੱਕ ਕੋਰੋਨਾ ਪੇਸ਼ੈਂਟ ਜਿਹੜਾ ਸੀਗਾ ਉਹ ਆਕਸੀਜਨ ਦੇ ਮਾਰੇ ਤੜਪਦਾ ਜਿਹੜਾ ਆ ਉਹਨੇ ਬਾਹਰ ਹੀ ਦਮ ਤੋੜਤਾ। ਵੀ ਇਹੋ ਜਿਹੇ ਹਾਲਾਤਾਂ ਨੂੰ ਦੇਖ ਕੇ ਦਿਲ ਦੇ ਵਿੱਚ ਕੀ ਆਉਂਦਾ ਵੀ ਕਿਤੇ ਨਾ ਸਰਕਾਰ ਕਿਤੇ ਨਾ ਕਿਤੇ ਮਾੜੀ ਤਾਂ ਪੈਦੀ ਨਜ਼ਰ ਆ ਰਹੀ ਹੈ, ਕਿਤੇ ਨਾ ਕਿਤੇ ਨੈਗੇਟਿਵ ਪੁਆਇੰਟ ਜਿਹੜਾ ਸਾਹਮਣੇ ਆ ਰਿਹਾ। ਦੇਖੋ, ਜਿਹੜੀ ਪਹਿਲੀ ਵੇਵ ਆਈ ਸੀ ਕਰੋਨਾ ਦੀ, ਉਹ ਸਾਨੂੰ ਲੱਗਿਆ ਸੀ ਕਿ ਉਸ ਤੋਂ ਬਾਅਦ ਕਿ ਹੁਣ ਇਸ ਤੋਂ ਵੱਧ ਨਹੀਂ ਕੁਝ ਹੋ ਸਕਦਾ। ਬਟ ਆ ਜਿਹੜੀ ਦੂਜੀ ਵੇਵ ਆਈ ਹੈ, ਇਸ ਨੇ ਤਾਂ ਜਿਵੇਂ ਤੁਸੀਂ ਕਹਿ ਲਓ ਕਿ ਬਿਲਕੁਲ ਹਤਾਸ਼ ਹੀ ਕਰ ਦਿੱਤਾ ਹੈ। ਤੁਸੀਂ ਦੇਖੋ, ਆਪਾਂ ਨੂੰ ਸ਼ਾਇਦ ਆਪਾਂ ਇੰਨਾ ਨਿਊਜ਼ ਚੈਨਲਾਂ 'ਤੇ ਵੇਖ ਕੇ ਨਾ, ਮੈਂ ਸਮਝਦਾ ਕਈ ਵਾਰ ਬੰਦੇ ਦਾ ਜਿਹੜਾ ਇੱਕ ਮਾਦਾ ਹੁੰਦਾ ਹੈ ਸਹਿਣ ਦਾ, ਉਹ ਬਹੁਤ ਜ਼ਿਆਦਾ ਹੋ ਜਾਂਦਾ ਹੈ, ਆਪਾਂ ਨੂੰ ਫਰਕ ਨਹੀਂ ਪੈਂਦਾ। ਲੇਕਿਨ ਇੱਕ ਉਹ ਨੌਜਵਾਨ ਇਨਸਾਨ, ਆਪਣੀ ਮਾਤਾ ਉਹਦੀ ਨਾਲ ਹੈ ਔਰ ਉਹ ਆਕਸੀਜਨ ਤੋਂ ਬਿਨਾਂ ਆਪਣੇ ਸਾਹਮਣੇ ਦਮ ਤੋੜ ਰਿਹਾ ਹੈ, ਔਰ ਕਿੰਨਾ ਆਪਾਂ ਹੈਲਪਲੈਸ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ। ਔਰ ਜਿਹੜੀਆਂ ਉਹ ਚਿਤਾ ਜਲ ਰਹੀਆਂ ਨੇ ਪਿੰਡਾਂ ਵਿੱਚ, ਜੋ 20-20, 25-25 ਇਕੱਠੇ ਮੁਰਦਿਆਂ ਨੂੰ ਜਲਾ ਰਹੇ ਨੇ। ਸੋ ਮੈਂ ਸਮਝਦਾ ਹਾਂ ਕਿ ਅਜੇ ਵੀ ਜਿਹੜੇ ਲੋਕ ਕਹਿੰਦੇ ਆ ਨਾ ਕਿ ਕਰੋਨਾ ਨਾਂ ਦੀ ਕੋਈ ਚੀਜ਼ ਨਹੀਂ, ਮੈਂ ਇਹੀ ਬੇਨਤੀ ਕਰੂੰਗਾ ਵੀਰ, ਇਹ 21ਵੀਂ ਸਦੀ ਦੇ ਵਿੱਚ ਅੱਛਾ ਨਹੀਂ ਲੱਗਦਾ ਕਿ ਆਪਾਂ ਸਾਇੰਟੀਫਿਕ ਫੈਕਟਾਂ ਤੋਂ ਮੂੰਹ ਮੋੜ ਕੇ ਤੇ ਆਪਾਂ ਇਹੋ ਜਿਹੀ ਗੱਲ ਕਹੀਏ। ਕਿਰਪਾ ਕਰਕੇ ਮਾਸਕ, ਦੂਰੀ ਬਣਾ ਕੇ ਆਪਾਂ ਨੂੰ ਚਾਹੀਦਾ ਹੈ ਕਿ ਆਪਣਾ ਬਚਾਵ ਕਰੀਏ ਔਰ ਦੂਸਰਿਆਂ ਦਾ ਵੀ ਬਚਾਵ ਕਰੀਏ। ਸੋ ਮੈਂ ਇਹ ਬੇਨਤੀ ਤੁਹਾਡੇ ਜ਼ਰੀਏ ਕਰਨਾ ਚਾਹੂੰਗਾ ਕਿ ਕਰੋਨਾ ਇਜ਼ ਵੈਰੀ ਮੱਚ ਹੇਅਰ ਐਂਡ ਆਪਾਂ ਨੂੰ ਉਹਦੇ ਤੋਂ ਪ੍ਰੋਟੈਕਸ਼ਨ ਕਰਨੀ ਚਾਹੀਦੀ ਹੈ। ਚਲੋ, ਇਹ ਤਾਂ ਕਰੋਨਾ ਦੀ ਗੱਲ ਸੀ। ਜੇ ਆਪਾਂ ਹੁਣ ਸਿਆਸਤ ਦੀ ਗੱਲ ਕਰੀਏ ਬਾਦਲ ਸਾਹਿਬ, ਤਾਂ 22 ਦੀਆਂ ਚੋਣਾਂ ਹੁਣ ਤਕਰੀਬਨ ਵਿਹੜੇ ਦੇ ਉੱਤੇ ਖੜੀਆਂ ਨੇ।
8-9 ਮਹੀਨੇ ਦਾ ਟਾਈਮ ਰਹਿ ਗਿਆ। ਮੈਨੂੰ ਤਾਂ ਲੱਗਦਾ ਵੀ 8-9 ਮਹੀਨੇ ਕਦ ਨਿਕਲ ਜਾਣਗੇ ਇਹ ਵੀ ਨਹੀਂ ਪਤਾ ਲੱਗੂਗਾ, ਕਿਉਂਕਿ ਕਰੋਨਾ ਦਾ ਟਾਈਮ ਚੱਲ ਰਿਹਾ ਤੇ ਉਸੇ ਦੇ ਵਿੱਚ ਹੁਣ ਜਿਹੜਾ ਸਿਆਸਤ ਜਿਹੜੀ ਰੰਗ ਵੀ ਆਪਣੇ ਲੈ ਕੇ ਆਊਗੀ। ਹੁਣ ਤੁਸੀਂ ਇੱਕ ਵੱਖਰੀ ਪਾਰਟੀ ਯਾਨੀ ਕਿ ਇੱਕ ਵੱਡੀ ਪਾਰਟੀ, ਚੌਥਾ ਫਰੰਟ ਜਿਹਦੀ ਬਹੁਤ ਚਰਚਾ ਹੋ ਰਹੀ ਸੀਗੀ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰਕੇ, ਇੱਕ ਚੌਥਾ ਫਰੰਟ ਲੈ ਕੇ ਹੁਣ ਉੱਭਰਨ ਵਾਲੇ ਹੋ। ਤੁਹਾਡੀ ਪਾਰਟੀ ਐਸਾ ਕੀ ਲੈ ਕੇ ਆਊਗੀ ਜਿਹੜੀ ਹੋਰਾਂ ਪਾਰਟੀਆਂ ਨੇ ਹੁਣ ਤੱਕ ਨਹੀਂ ਕੀਤਾ, ਜਾਂ ਐਸੇ ਕਿਹੜੇ ਮੁੱਦੇ ਹੋਣਗੇ ਜਿਹੜੇ ਹੋਰਾਂ ਪਾਰਟੀਆਂ ਵੱਲੋਂ ਨਹੀਂ ਚੁੱਕੇ ਗਏ? ਸਾਡੀ ਪਾਰਟੀ ਇੱਕ ਵਿਕਲਪ ਲੈ ਕੇ ਆਊਗੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ, ਆਮ ਲੋਕ ਜਦੋਂ ਗੱਲਾਂ ਕਰਦੇ ਆ ਨਾ ਤੇ ਉਹ ਕਹਿੰਦੇ ਯਾਰ ਫਿਰ ਕਿਹਨੂੰ ਵੋਟ ਪਾਈਏ। ਉਹਨਾਂ ਦਾ ਅਕਸਰ ਇਹ ਹੁੰਦਾ ਹੈ ਕਿ ਜੀ ਨਾ ਇਹ ਭਲੇ ਨੇ ਨਾ ਉਹ ਭਲੇ ਨੇ, ਫਿਰ ਵੋਟ ਕਿਹਨੂੰ ਪਾਈਏ। ਮੈਂ ਸਮਝਦਾ ਕਿ ਢੀਂਡਸਾ ਸਾਹਿਬ ਨੇ, ਬ੍ਰਹਮਪੁਰਾ ਸਾਹਿਬ ਨੇ ਇਕੱਠੇ ਹੋ ਕੇ ਇੱਕ ਸ਼ੁਰੂਆਤ ਕੀਤੀ ਹੈ ਇੱਕ ਐਸੇ ਚੌਥੇ ਫਰੰਟ ਦੀ ਜਿਹੜਾ ਇੱਕ ਵਿਕਲਪ ਦੇਵੇਗਾ ਪੰਜਾਬ ਨੂੰ ਕਿ ਤੁਸੀਂ ਇਹਨਾਂ ਨੂੰ ਵੋਟ ਪਾਓ। ਇਸ ਨਾਲ ਕੀ ਹੈ ਕਿ ਜਦੋਂ ਤੁਸੀਂ ਇਮਾਨਦਾਰੀ ਨਾਲ ਉਹਨਾਂ ਲੋਕਾਂ ਨੂੰ, ਤੁਸੀਂ ਨਵਜੋਤ ਸਿੱਧੂ ਜੀ ਨੇ, ਪ੍ਰਗਟ ਸਿੰਘ ਜੀ ਨੇ, ਭਗਵੰਤ ਮਾਨ ਜੀ ਨੇ, ਇੰਨੇ ਹੋਰ ਮੈਂ ਸਮਝਦਾ ਜਿਹੜੇ ਕਿਸਾਨ ਜਥੇਬੰਦੀਆਂ 'ਚੋਂ ਹੈ, ਨੌਜਵਾਨ ਵੀ ਹੈ, ਲੱਖਾ ਸਿਧਾਣਾ, ਦੀਪ ਸਿੱਧੂ ਵਰਗੇ ਹੋਰ ਵੀ ਮੈਂ ਇਹ ਗਿਣੂੰਗਾ ਕਿ ਕਿਸਾਨ ਲੀਡਰਸ਼ਿਪ ਵੀ ਹੈ। ਮੈਂ ਕਹਿੰਦਾ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਆਉਣਾ ਚਾਹੀਦਾ। ਆਖਰ ਆਪਾਂ ਉਹਨਾਂ ਲੀਡਰਾਂ 'ਤੇ ਯਕੀਨ ਥੋੜ੍ਹਾ ਹੀ ਕਰ ਸਕਦੇ ਹਾਂ ਜਿਨ੍ਹਾਂ ਨੇ ਸਾਨੂੰ ਬੇਵਕੂਫ ਬਣਾਇਆ। ਇੱਕ ਆਪਣਾ ਪਾਰਟਨਰ, ਆਪਣਾ ਲਾਈਫ ਪਾਰਟਨਰ ਆਪਾਂ ਨੂੰ ਬੇਵਕੂਫ ਬਣਾ ਦੇ, ਆਪਣਾ ਬੱਚਾ ਆਪਾਂ ਨੂੰ ਝੂਠ ਬੋਲੇ, ਆਪਾਂ ਨੂੰ ਕਿੰਨਾ ਬੁਰਾ ਲੱਗਦਾ ਹੈ। ਅਤੇ ਜੇ ਸਾਰੇ ਪੰਜਾਬ ਨੂੰ ਇਹ ਦੋ ਪਰਿਵਾਰਾਂ ਨੇ ਝੂਠ ਬੋਲਿਆ, ਮੀਟਿੰਗਾਂ ਕਰਕੇ ਇੱਕ ਹੋ ਗਏ, ਇੱਕ ਦੂਜੇ ਦੇ ਕੇਸ ਖਤਮ ਕਰ ਦਿੱਤੇ, ਫਿਰ ਉਸ ਤੋਂ ਬਾਅਦ ਇਹ ਵੀ ਫੈਸਲਾ ਕਰ ਲਿਆ ਵੀ ਤੂੰ 5 ਸਾਲ ਆਹ ਲੁੱਟਣਾ ਹੈ, ਅਗਲੇ 5 ਸਾਲ ਫਿਰ ਮੈਂ ਲੁੱਟੂੰਗਾ, ਤੂੰ ਨਹੀਂ ਬੋਲਣਾ। ਜਦੋਂ ਇੱਥੋਂ ਤੱਕ ਇਹ ਸੋਚਦੇ ਆ ਲੋਕ ਬੇਵਕੂਫ ਹੈ ਜੀ, ਲੋਕਾਂ ਨੂੰ ਕੀ ਪਤਾ ਲੱਗਦਾ ਹੈ। ਮੈਂ ਸਮਝਦਾ ਇਹਨਾਂ ਨੂੰ ਸਭ ਤੋਂ ਵੱਡੀ ਸਜ਼ਾ ਇਹ ਮਿਲਣੀ ਚਾਹੀਦੀ ਹੈ ਕਿ ਤੁਸੀਂ ਰੱਬ ਨੂੰ, ਕਿਉਂ ਖਲਕਤ ਵਿੱਚ ਖੁਦਾ ਵਸਦਾ ਹੈ, ਲੋਕਾਂ ਦੇ ਵਿੱਚ ਰੱਬ ਵਸਦਾ, ਤੁਸੀਂ ਰੱਬ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੀ ਸਜ਼ਾ ਆਪਣੇ ਦੇਸ਼ ਦਰੋਹੀ ਦੀ ਸਜ਼ਾ ਦੇ ਬਰਾਬਰ ਹੋਣੀ ਚਾਹੀਦੀ ਹੈ। ਅੱਛਾ ਬਾਦਲ ਸਾਹਿਬ, ਤੁਸੀਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਬਹੁਤ ਕਰੀਬ ਰਹੇ ਹੋ, ਤੁਸੀਂ ਉਹ ਚੀਜ਼ਾਂ ਵੀ ਜਾਣਦੇ ਹੋ ਜਿਹੜਾ ਸ਼ਾਇਦ ਹੋਰ ਕੋਈ ਜਾਣਦਾ ਵੀ ਨਾ ਹੋਵੇ, ਤੁਸੀਂ ਬਚਪਨ ਗੁਜ਼ਾਰਿਆ ਉਹਨਾਂ ਨਾਲ। ਅੱਛਾ, ਐਸਾ ਕੀ ਤੁਹਾਨੂੰ ਕੀ ਲੱਗਦਾ ਵੀ ਐਸਾ ਕਿਹੜਾ ਸ਼ਖਸ ਹੈ ਜਾਂ ਐਸੀ ਕਿਹੜੀ ਪਾਰਟੀ ਹੈ ਜਿਹਦੇ ਕਰਕੇ ਇੱਕ ਪੰਥਕ ਪਾਰਟੀ ਜਿਹੜੀ ਬਹੁਤ ਵੱਡੀ ਪਾਰਟੀ ਬਣ ਕੇ ਉੱਭਰੀ ਸੀ, ਸ਼੍ਰੋਮਣੀ ਅਕਾਲੀ ਦਲ, ਵੀ ਉਸ ਨੂੰ ਇੱਕ ਪੰਥਕ ਪਾਰਟੀ ਜਿਹੜੀ ਕਿਹਾ ਜਾਂਦਾ ਸੀ, ਪਰ ਅੱਜ ਉਹ ਬਦਨਾਮ ਬਹੁਤ ਹੈ। ਬਦਨਾਮ ਕਰਨ ਦੇ ਵਿੱਚ ਤੁਸੀਂ ਕਿਹਦਾ ਹੱਥ ਮੰਨਦੇ ਹੋ? ਮਜੀਠੀਆ ਪਰਿਵਾਰ ਦਾ ਸਭ ਤੋਂ ਪਹਿਲੇ ਨੰਬਰ 'ਤੇ, ਸੁਖਬੀਰ ਬਾਦਲ ਦਾ, ਕਿਉਂ ਕਰਕੇ ਉਹਦੇ ਵਿੱਚ ਰੀੜ੍ਹ ਦੀ ਹੱਡੀ ਨਹੀਂ ਹੈ, ਔਰ ਵੱਡੇ ਬਾਦਲ ਸਾਹਿਬ ਦਾ ਕਿਉਂ ਕਰਕੇ ਉਹ ਧ੍ਰਿਤ ਰਾਸ਼ਟਰ ਬਣ ਕੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਦੇਖਦੇ ਰਹੇ ਜਦ ਕਿ ਦ੍ਰੋਪਦੀ ਦਾ ਵਸਤਰ ਹਰਨ ਹੁੰਦਾ ਰਿਹਾ, ਪੰਜਾਬ ਦੀ ਲੁੱਟ ਹੁੰਦੀ ਰਹੀ, ਔਰ ਧ੍ਰਿਤ ਰਾਸ਼ਟਰ ਅੱਖਾਂ ਬੰਦ ਕਰਕੇ ਉਹਦੇ 'ਤੇ ਪਰਦਾ ਪਾਉਂਦਾ ਰਿਹਾ ਕਿ ਇਹ ਮੈਨੂੰ ਨਹੀਂ ਜੀ ਕੁਛ ਵੀ ਪਤਾ, ਮੈਨੂੰ ਨਹੀਂ ਜੀ ਦਿਖਦਾ ਕੁਛ ਵੀ। ਇਹ ਮੈਂ ਸਮਝਦਾ ਜਿਸ ਤਰ੍ਹਾਂ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਤਾਂ ਹੈ ਹੀ ਨਹੀਂ। ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਨਾ ਜੀ, ਉਹਦਾ ਇਤਿਹਾਸ ਜੇ ਬਲ ਸਾਹਿਬ ਤੁਸੀਂ ਵੀ ਜਾਣਦੇ ਹੋਵੋਗੇ, ਮੈਂ ਵੀ ਜਾਣਦਾ, ਉਹਦਾ ਇਤਿਹਾਸ ਇੰਨਾ ਸ਼ਾਨਾ ਮੱਤਾ ਇਤਿਹਾਸ ਸੀ ਕਿ ਉਹਦਾ ਪ੍ਰਧਾਨ ਜਦੋਂ ਕੋਈ ਹੁਕਮ ਕਰਦਾ ਸੀ ਨਾ, ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੀ ਨਹੀਂ ਪਰ ਜਿੰਨੇ ਪੰਥਕ ਪਰਿਵਾਰ ਸੀ ਉਹ ਕਹਿੰਦੇ ਸੀ ਕਿ ਇਲਾਹੀ ਹੁਕਮ ਆ ਗਿਆ, ਜੇਲ੍ਹਾਂ ਭਰ ਦਿਓ, ਨੌਕਰੀਆਂ ਛੱਡ ਕੇ ਵੀ ਜੇਲ੍ਹਾਂ 'ਚ ਲੋਕ ਗਏ ਨੇ, ਆ ਸਰਕਾਰੀ ਨੌਕਰੀ ਛੱਡ ਕੇ। ਜਿਹੜਾ ਪ੍ਰਧਾਨ ਸੀ ਉਹ ਗਰੀਬ ਤਬਕੇ ਦਾ ਹੁੰਦਾ ਸੀ, ਉਹਨਾਂ ਦੇ ਕਈ ਵਾਰ ਕੁਰਕੀ ਦੇ ਆਰਡਰ ਆਏ, ਜਿਹੜੇ ਅਕਾਲੀ ਦਲ ਦੇ ਪ੍ਰਧਾਨਾਂ ਦੇ ਕੁਰਕੀ ਦੇ ਆਰਡਰ ਆ ਗਏ ਅੰਗਰੇਜ਼ ਰਾਜ ਵੇਲੇ, ਔਰ ਤੁਸੀਂ ਹੈਰਾਨ ਹੋਵੋਗੇ ਕਿ ਸਿਵਾਏ ਭਾਂਡਿਆਂ ਤੋਂ ਉਹਨਾਂ ਦੇ ਘਰ ਵਿੱਚੋਂ ਕੁਝ ਲੱਭਾ ਨਹੀਂ। ਅਤੇ ਉਹ ਪ੍ਰਧਾਨ ਇੱਕ ਜਿਹਦਾ ਮੋਰਲ ਹੀ ਇੰਨਾ ਹਾਈ ਸੀ, ਅਤੇ ਇੱਕ ਆਪਾਂ ਪ੍ਰਧਾਨ ਕਹੀਏ ਜਿਹਦੀਆਂ ਬੱਸਾਂ ਮਤਲਬ ਚੱਲਦੀਆਂ ਨੇ 1000 ਬੱਸ, ਔਰ ਉਹ ਕੋਈ ਬਿਜ਼ਨਸ ਨਾਲ ਨਹੀਂ, ਕੁੱਟ ਕੇ ਟਾਈਮ ਲੈ ਕੇ ਲਾਸ ਹੁੰਦਾ ਸਰਕਾਰੀ ਰੋਡਵੇਜ਼ ਦਾ। ਦੂਸਰੇ ਨੰਬਰ 'ਤੇ 5-17 ਹੋਟਲ ਬਣਦੇ ਨੇ ਤਾਂ ਸਰਕਾਰੀ ਪੈਸੇ ਨਾਲ ਉਹਨਾਂ ਨੂੰ ਸੜਕਾਂ ਬਣਾਈਆਂ ਜਾਂਦੀਆਂ ਨੇ,
ਸਰਕਾਰੀ ਪੈਸੇ ਨਾਲ ਉਹਨੂੰ ਟੂਰਿਸਟ ਏਰੀਆ ਐਲਾਨਿਆ ਜਾਂਦਾ ਹੈ। ਮੈਂ ਹੁਣ ਕੀ ਆਖਾਂ, ਮਤਲਬ ਇੱਕ ਮੈਂ ਸਮਝਦਾ ਹੁਣ ਇਹਨਾਂ ਨੂੰ ਸਿਆਸਤ ਤੋਂ ਪਾਸੇ ਹੋ ਕੇ ਨਾ ਆਪਣਾ ਬਿਜ਼ਨਸ, ਜੇ ਇਹਨਾਂ ਨੂੰ ਪੈਸੇ ਨਾਲ ਇੰਨਾ ਪਿਆਰ ਹੈ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਹੁਣ ਇਹ ਫਤਿਹ ਬੁਲਾ ਕੇ ਆਪਦਾ ਪੈਸਾ ਸਾਂਭਣ ਜਿੰਨਾ ਇਹਨਾਂ ਨੇ ਕਮਾਇਆ ਤੇ ਉਹਨੂੰ ਇੰਜੋਏ ਕਰਨ ਤੇ ਆਪਦਾ ਪਾਸੇ ਹੋ ਜਾਣ, ਕਿਉਂ ਕਰਕੇ ਹੁਣ ਹੋਰ ਪੰਜਾਬ ਲੁੱਟ ਬਰਦਾਸ਼ਤ ਨਹੀਂ ਕਰ ਸਕਦਾ। ਅੱਛਾ, ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਇੱਕ ਸਵਾਲ ਪੁੱਛਿਆ ਗਿਆ, ਕਹਿੰਦੇ ਵੀ ਤੁਹਾਡੇ ਕੋਲ ਕਿੰਨਾ, ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਕਿਹਾ, ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ, ਮੈਨੂੰ ਲੱਗਦਾ ਕਹਿੰਦਾ ਸਭ ਤੋਂ ਘੱਟ ਬਜਟ ਹੋਵੇ, ਯਾਨੀ ਕਿ ਕਹਿੰਦੇ ਤੁਸੀਂ ਸਾਡੇ ਅਕਾਊਂਟ ਚੈੱਕ ਕਰ ਲਓ, ਸਾਡੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ। ਹਾਂ, ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਕੋਲ ਨਾ ਪੈਸੇ ਹੋਣ, ਪਰ ਸੁਖਬੀਰ ਬਾਦਲ ਕੋਲ ਬਹੁਤ ਪੈਸੇ ਹੈ, ਬਾਦਲ ਪਰਿਵਾਰ ਕੋਲ। ਮੈਂ ਤਾਂ ਹੀ ਕਹਿੰਦਾ ਤੁਸੀਂ ਨਾ ਇਹਨੂੰ ਅਲੱਗ ਕਰਕੇ ਦੇਖੋ। ਇੱਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ, ਉਹਦੇ ਵਰਕਰ, ਉਹਦੇ ਛੋਟੇ ਲੈਵਲ ਦੇ ਲੀਡਰ, ਜਿਹੜੇ ਉੱਚ ਲੀਡਰਸ਼ਿਪ ਹੈ ਨਾ, ਉਹ ਤਾਂ ਇਹਨਾਂ ਨੇ ਆਪਦੇ ਵਰਗੀ ਕਰ ਲਈ। ਇਹਨਾਂ ਨੇ ਪਹਿਲਾਂ ਉਹਨਾਂ ਨੂੰ ਕਹਿਣਾ ਹੈ ਕਿ ਆ ਜਾ ਤੇਰੇ ਮੁੰਡੇ ਨੂੰ ਵਿੱਚ ਲੈ ਆਈਏ, ਆ ਜਾ ਅਸੀਂ ਤੈਨੂੰ ਬਿਜ਼ਨਸ ਦੇ ਵਿੱਚ ਹਿੱਸਾ ਪਵਾ ਦਈਏ, ਤੁਸੀਂ ਮਤਲਬ ਇਹਨਾਂ ਨੇ ਆਪਦੇ ਵਾਂਗੂ ਗੰਦਾ ਕਰਨਾ ਹੈ ਲੋਕ। ਤੁਸੀਂ ਹੈਰਾਨ ਮੰਨੋ, ਟੌੜਾ ਸਾਹਿਬ ਦੇ ਜਵਾਈ ਨੂੰ ਜਦੋਂ ਮਿਨਿਸਟਰ ਬਣਾਉਣਾ ਸੀ, ਟੌੜਾ ਸਾਹਿਬ ਨੇ ਨਾ ਕਰਤੀ ਸੀ ਤੇ ਇਹਨਾਂ ਨੇ ਕਿਹਾ ਬਾਦਲ ਸਾਹਿਬ ਨੇ ਕਿ ਤੂੰ ਜਾ ਕੇ ਟੌੜਾ ਸਾਹਿਬ ਦੇ ਘਰੋਂ ਜਿਹੜੀ ਮਾਤਾ ਸੀ ਕਿ ਮਾਤਾ ਦਾ ਫੋਨ ਕਰਵਾ ਦੇ ਮੈਨੂੰ ਤੇ ਤੈਨੂੰ ਮੈਂ ਆਪਦੇ ਕੋਟੇ ਚੋਂ ਮੰਤਰੀ ਬਣਾ ਦੂੰਗਾ। ਦੇਖੋ ਤੁਸੀਂ ਸਿਰਫ ਇਸ ਗੱਲ ਕਰਕੇ ਵੀ ਮੈਂ ਇਹ ਕਹਿ ਸਕਾਂ ਕਿ ਟੌੜਾ ਸਾਹਿਬ ਨੇ ਵੀ ਤਾਂ ਆਪਣਾ ਜਵਾਈ ਬਣਾਇਆ ਹੀ ਹੈ ਨਾ ਮਿਨਿਸਟਰ। ਸੋ ਕਹਿਣ ਦਾ ਮਤਲਬ ਹੈ ਕਿ ਦੇਖੋ ਇਹ ਬੜੀ ਡੂੰਘੀ ਸਾਜ਼ਿਸ਼, ਬੜੀ ਸਕੀਮ ਨਾਲ ਚੱਲਣ ਵਾਲੇ ਲੋਕ ਨੇ। ਇਹ ਪੰਜਾਬ ਦੇ ਉੱਪਰ ਅਮਰਵੇਲ ਹੁੰਦੀ ਹੈ, ਇੱਕ ਅਮਰਵੇਲ, ਉਹ ਜਿਹੜੇ ਦਰਖਤ 'ਤੇ ਚੜ੍ਹ ਜੇ ਨਾ, ਇਹ ਦਰਖਤ ਦਾ ਸਾਰਾ ਨਿਊਟ੍ਰੀਸ਼ਨ ਸੋਕ ਲੈਂਦੀ ਹੈ। ਉਹਦੀ ਆਪਦੀ ਕੋਈ ਉਹਦੀਆਂ ਬਾਹਾਂ ਨਹੀਂ ਹੁੰਦੀਆਂ, ਕੋਈ ਉਹਦਾ ਆਪਦੀਆਂ ਉਹ ਨਹੀਂ ਹੁੰਦੀਆਂ, ਉਹ ਸਿਰਫ ਜਿਹੜੀ ਦਰਖਤ 'ਤੇ ਚੜ੍ਹੀ ਹੁੰਦੀ ਹੈ। ਪੰਥ ਦੇ ਉੱਤੇ ਇਹ ਪਰਿਵਾਰ ਹੈ ਤਾਂ ਮੇਰਾ ਪਰਿਵਾਰ ਹੀ, ਮੈਨੂੰ ਸ਼ਰਮ ਨਾਲ ਕਹਿਣਾ ਪੈਂਦਾ ਹੈ, ਇਹ ਸਾਰੇ ਜਿਹੜੇ ਮੈਂਬਰ ਹੈ ਨਾ, ਇਹ ਅਮਰਵੇਲ ਵਾਂਗੂ ਪੰਥ 'ਤੇ ਲੱਗੇ ਹੋਏ ਨੇ ਔਰ ਇਹ ਪੰਥ ਦਾ ਖਿੱਚ ਕੇ ਪੈਸਾ, ਤਾਕਤ, ਇਹ ਪੰਥ ਨੂੰ ਕਮਜ਼ੋਰ ਕਰ ਰਹੇ ਨੇ ਔਰ ਖੁਦ ਇਹ ਯਾਰੀਆਂ ਪਾ ਰਹੇ ਨੇ ਵੱਡੇ ਵੱਡੇ ਸਿਆਸਤਦਾਨਾਂ ਨਾਲ। ਇਹ ਹੋਰ ਸੂਬਿਆਂ ਦੇ ਵਿੱਚ ਆਪਣੇ ਹੋਟਲ ਬਣਾ ਰਹੇ ਨੇ, ਆਪਣੇ ਹੋਰ ਕਰ ਰਹੇ ਨੇ। ਸੋ ਮੈਂ ਸਮਝਦਾ ਹਾਂ ਕਿ ਵੇਖੋ, ਉਹ ਪੰਥ ਜਿਹਨੂੰ ਦਸ਼ਮੇਸ਼ ਪਿਤਾ ਨੇ, ਸਰਬੰਸ ਦਾਨੀ ਜਿਹਨੇ ਸਭ ਕੁਝ ਵਾਰਤਾ, ਆਪਣਾ ਸਾਰਾ ਪਰਿਵਾਰ ਵਾਰਤਾ, ਉੱਥੇ ਕਿੱਡੀ ਵੱਡੀ ਸ਼ਹਾਦਤ ਦੀ ਤੇ ਤਿਆਗ ਦੀ ਕਿੱਡੀ ਵੱਡੀ ਰਵਾਇਤ ਇਸ ਪੰਥ 'ਚ ਸੀ। ਲੇਕਿਨ ਇਹਨਾਂ ਨੇ ਬਣ ਕੇ ਲੋਕਾਂ ਨੂੰ ਇਹ ਦਿਖਾਤਾ ਕਿ ਪੰਥ ਦੇ ਵਿੱਚ ਐਸੇ ਲੋਕ ਵੀ ਨੇ ਜਿਹੜੇ ਕਹਿੰਦੇ ਆ ਕਿ ਪੰਥ ਉਜੜੇ ਮੈਂ ਵਸਾਂ। ਵੈਸੇ ਪੁਰਾਣੇ ਲੋਕ ਸੀ ਜਿਹੜੇ ਕਹਿੰਦੇ ਸੀ ਪੰਥ ਵਸੇ ਮੈਂ ਉਜਣਾ। ਅੱਛਾ, ਬਾਦਲ ਸਾਹਿਬ ਇੱਕ ਚੀਜ਼ ਜ਼ਰੂਰ ਹੁੰਦੀ ਹੈ, ਮੈਂ ਅਕਸਰ ਸਿਆਸਤ ਦੇ ਵਿੱਚ ਦੇਖੀ ਹੈ, ਜਦ ਪਹਿਲਾਂ ਬਾਦਲ ਸਰਕਾਰ ਰਹੀ ਹੈ, ਫਿਰ ਕੈਪਟਨ ਸਰਕਾਰ ਆਈ। ਜਦੋਂ ਕੈਪਟਨ ਸਰਕਾਰ ਆਈ ਤਾਂ ਕੈਪਟਨ ਸਰਕਾਰ ਇਹ ਕਹਿੰਦੀ ਰਹੀ ਪਹਿਲਾਂ ਕਿ ਪਹਿਲਾਂ ਵਾਲੀ ਸਰਕਾਰ ਨੇ ਬਹੁਤ ਲਹੂ ਪੀ ਲਿਆ ਸੀ, ਬਹੁਤ ਕੁਝ ਕਰਤਾ, ਇਸ ਕਰਕੇ ਜਿਹੜੇ 4.5 ਸਾਲ ਨੇ ਉਹ ਤਾਂ ਸਾਨੂੰ ਉਹ ਪੁਰਾਣੀ ਚੀਜ਼ਾਂ ਠੀਕ ਕਰਨ ਦੇ ਵਿੱਚ ਹੀ ਲੱਗ ਗਏ, ਹੁਣ ਅਸੀਂ ਜਿਹੜਾ ਵਿਕਾਸ ਕਰਾਂਗੇ। ਜੇ ਹੁਣ ਕੋਈ ਨਵੀਂ ਸਰਕਾਰ ਆਊਗੀ, ਉਹ ਵੀ ਮੈਨੂੰ ਲੱਗਦਾ ਇਹੀ ਚੀਜ਼ ਕਹੂਗੀ ਕਿ ਜਿਹੜੇ ਪੁਰਾਣੀ ਸਰਕਾਰ ਸੀ ਉਸਨੇ ਇੰਨਾ ਖੂਨ ਨਿਚੋੜ ਲਿਆ, ਹੁਣ ਇੰਨੇ ਸਾਲ ਤਾਂ ਸਾਨੂੰ ਇਹ ਰਿਕਵਰ ਕਰਨ ਦੇ ਵਿੱਚ ਹੀ ਲੱਗ ਜਾਣਗੇ। ਕਿ ਅਸਲ ਦੇ ਵਿੱਚ ਇੱਦਾਂ ਹੁੰਦਾ ਵੀ ਹੈ ਜਾਂ ਬਸ ਆਪਣੀ ਸਰਕਾਰ ਬਟੋਰਨ ਦੇ ਵਿੱਚ ਜਾਂ ਬਸ ਰਾਜਨੀਤੀ ਹੋਊ? ਮੈਂ ਤੁਹਾਨੂੰ ਕੁਝ ਫਿਗਰ ਦੇਣੇ ਚਾਹੁੰਦਾ। ਜਦੋਂ 2007 ਵਿੱਚ ਬਾਦਲ ਸਰਕਾਰ ਆਈ ਤਾਂ 2007 ਵਿੱਚ ਕਰਜ਼ਾ ਸੀ 47,000 ਕਰੋੜ। ਜਦੋਂ ਇਹਨਾਂ ਨੇ ਛੱਡਿਆ 2007 ਤੋਂ 2017 ਤੱਕ ਇਹਨਾਂ ਨੇ ਰਾਜ ਕੀਤਾ 10 ਸਾਲ, ਜਦੋਂ ਇਹਨਾਂ ਨੇ ਛੱਡਿਆ ਤਾਂ ਕਰਜ਼ਾ ਹੋ ਗਿਆ 2.5 ਲੱਖ ਕਰੋੜ, 2 ਲੱਖ ਕਰੋੜ ਕਰਜ਼ਾ ਇਹਨਾਂ ਨੇ 10 ਸਾਲਾਂ ਵਿੱਚ ਵਧਾਤਾ। ਹੁਣ ਕੈਪਟਨ ਸਾਹਿਬ ਨੇ 5 ਸਾਲ ਵਿੱਚ 1 ਲੱਖ ਕਰੋੜ ਹੋਰ ਵਧਾਤਾ, ਹੁਣ ਕਰਜ਼ਾ ਹੋ ਗਿਆ 3 ਲੱਖ ਤੇ 60-62 ਹਜ਼ਾਰ ਕਰੋੜ। ਹੁਣ ਤੁਸੀਂ ਦੇਖੋ
ਇਮਾਨਦਾਰ ਸਰਕਾਰ ਜਿਹੜੀ ਆਉਂਦੀ ਹੈ ਉਹਦੇ ਲਈ ਪਹਿਲਾਂ ਹੀ ਇਹ ਤਾਂ ਟੋਆ ਖੁਦ ਹੀ ਬੈਠੇ ਹੈ। ਇਹ ਚਾਹੁੰਦੇ ਹੈ ਵੀ ਜਦੋਂ ਸਾਡੀ ਸਰਕਾਰ ਜਾਵੇ ਨਾ ਉਦੋਂ ਬਾਅਦ ਕਿਸੇ ਨੂੰ ਤਨਖਾਹਾਂ ਦੇਣ ਜੋਗੇ ਪੈਸੇ ਵੀ ਨਾ ਹੋਣ। ਮਤਲਬ ਇੰਨਾ ਬਰਬਾਦ ਕਰਕੇ ਫੜਾਈਏ ਕਿ ਮਤਲਬ ਬਿਲਕੁਲ ਸਿਸਟਮ ਹੀ ਨਾ ਚੱਲ ਸਕੇ ਔਰ ਫਿਰ ਅਸੀਂ ਕਹੀਏ ਕਿ ਜੀ ਦੇਖੋ ਇਹਨਾਂ ਤੋਂ ਸਰਕਾਰਾਂ ਨਹੀਂ ਚੱਲਦੀਆਂ। ਜਿਹੜਾ ਕੈਪਟਨ ਹੈ, ਜਿਹੜਾ ਬਾਦਲ ਪਰਿਵਾਰ ਹੈ, ਉਹ ਤਾਂ ਇੰਨੇ ਜੁੜੇ ਹੋਏ ਹੈ, ਇੰਨੇ ਇਕੱਠੇ ਹੈ ਕਿ ਉਹਨਾਂ ਵਿੱਚੋਂ ਤਾਂ ਸੂਈ ਨਹੀਂ ਟੱਪਦੀ। ਉਹਨਾਂ ਨੇ ਜਿਹੜਾ ਫਾਰਮ ਹਾਊਸ ਹੈ ਉਹ ਕੈਪਟਨ ਸਾਹਿਬ ਦਾ ਫਾਰਮ ਹਾਊਸ ਅਤੇ ਬਾਦਲ ਸੁਖਬੀਰ ਦਾ ਹੋਟਲ ਹੈ ਜਿਹੜਾ ਸੁਖ ਵਿਲਾਸ, ਉਹ ਇੰਨਾ ਕੁ ਨੇੜੇ ਹੈ ਵੀ ਸ਼ਾਮ ਨੂੰ ਸੈਰ ਕਰਦੇ ਦੋਹੇ ਮਿਲ ਸਕਦੇ ਹੈ। ਔਰ ਦੂਸਰੀ ਗੱਲ ਹੈ ਕਿ ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਹੁਣ ਹੋਟਲ ਤਾਂ ਉਹ ਚੱਲਦਾ ਨਹੀਂ ਕਰੋਨਾ ਕਰਕੇ, ਉੱਥੇ ਕੋਈ ਆਉਂਦਾ ਨਹੀਂ। ਜਿੰਨੇ ਬਹਿਰੇ ਬੂਰੇ ਆ ਉਹ ਸਾਰੇ ਕੈਪਟਨ ਸਾਹਿਬ ਲਈ ਸ਼ਾਹੀ ਮੁਰਗ ਮੁਸੱਲਮ ਬਣਾਉਣ ਵਾਸਤੇ ਹੀ ਇਹਨਾਂ ਨੇ ਤੋਰੇ ਹੋਏ ਆ, ਇਹਨਾਂ ਦੇ ਫਾਰਮ ਨੂੰ ਹੀ। ਯਾਨੀ ਕਿ ਜਿੰਨਾ ਖਾਣਾ ਆਉਂਦਾ ਉੱਧਰੋਂ ਆਉਂਦਾ। ਮੇਰੇ ਖਿਆਲ ਨਾਲ ਤਾਂ ਇਹੀ ਹੈ ਜੀ ਕਿ ਸਾਰਾ ਕੁਛ ਉਹ ਰੂਸਾ ਜੀ ਨਾਲ ਉਹ ਬੈਠੇ ਆ ਉੱਥੇ, ਅਤੇ ਉਹ ਰੋਜ਼ ਰਾਤ ਨੂੰ ਜਿਹੜਾ ਪਕਵਾਨ ਆਉਂਦੇ ਆ ਉਹ ਜਾਂ ਉੱਧਰੋਂ ਆਉਂਦੇ ਆ ਜਾਂ ਉਹਨਾਂ ਦੇ ਬੰਦੇ ਆ ਕੇ ਬਣਾਉਂਦੇ ਆ। ਅੱਛਾ ਬਾਦਲ ਸਾਹਿਬ, ਜੇ 22 ਦੇ ਵਿੱਚ ਮੰਨ ਲਓ ਤੁਹਾਡੀ ਸਰਕਾਰ ਬਣਦੀ ਹੈ ਤਾਂ ਜਿੰਨਾ ਹੁਣ ਕਰਜ਼ਾ, ਤੁਸੀਂ ਕਰਜ਼ੇ ਦੀ ਗੱਲ ਕੀਤੀ, ਕਿਸਾਨੀ ਦੇ ਉੱਤੇ ਇੰਨਾ ਕਰਜ਼ਾ ਚੜ੍ਹ ਚੁੱਕਾ ਆ, ਕਿਸਾਨ ਖੁਦਕੁਸ਼ੀ ਕਰ ਰਿਹਾ, ਬਹੁਤ ਮੌਤਾਂ ਹੋਈਆਂ ਨੇ, ਹੁਣ ਤਾਂ ਕਿਸਾਨ ਸੰਘਰਸ਼ ਵੀ ਚੱਲ ਰਿਹਾ। ਤੁਸੀਂ ਜਿਹੜਾ ਕਰਜ਼ਾ ਇਹ ਮਾफ़ ਕਰੋਗੇ? ਤੁਹਾਡੀ ਸਰਕਾਰ ਕੀ ਕੁਛ ਕਰ ਸਕਦੀ? ਦੇਖੋ ਮੈਂ ਤੁਹਾਨੂੰ ਇੱਕ ਦੱਸਾਂ, ਕਿਸਾਨੀ ਲਈ ਕਰਜ਼ਾ ਮਾफ़ ਵੀ ਜ਼ਰੂਰੀ ਹੈ, ਪਰ ਕਿਸਾਨੀ ਲਈ ਇੱਕ ਪ੍ਰੋਗਰਾਮ ਵੀ ਜ਼ਰੂਰੀ ਹੈ। ਦੇਖੋ ਬੜੀ ਅੱਛੀ ਗੱਲ ਕੀਤੀ ਨਵਜੋਤ ਸਿੱਧੂ ਜੀ ਦੀ ਵਾਈਫ ਨੇ। ਮੈਂ ਪਿੱਛੇ ਜੇ ਸੁਣ ਰਿਹਾ ਸੀ ਕਿ ਪੋਸਟ ਦੀ ਖੇਤੀ ਬਾਕੀ ਸੂਬਿਆਂ 'ਚ ਹੈ, ਆਪਣੇ ਇੱਥੇ ਕਿਸਾਨਾਂ ਨੂੰ ਕਿਉਂ ਨਹੀਂ 2, 2.5, 3 ਲੱਖ ਰੁਪਇਆ ਉਹ ਕਿਉਂ ਨਹੀਂ ਕਮਾ ਸਕਦੇ? ਸਰਕਾਰ ਖਰੀਦਦਾਰ ਹੈ, ਖਰੀਦਣਾ ਸਰਕਾਰ ਨੇ ਹੈ। ਤੁਸੀਂ ਕਿਸਾਨਾਂ ਨੂੰ ਆਪਾਂ ਐਸੇ ਕੈਸ਼ ਕਰੌਪ ਦੇਈਏ ਜਿਹੜੇ ਕਿਸਾਨ ਦਾ ਸਾਰੀ ਖੁਸ਼ਕੀ ਕੱਢ ਦੇਣ, ਛੋਟਾ ਕਿਸਾਨ ਵੀ ਖੁਸ਼ਹਾਲ ਹੋ ਸਕੇ। ਜ਼ਰੂਰੀ ਨਹੀਂ ਕਿ ਆਪਾਂ ਕਿਸਾਨੀ ਨੂੰ ਅਮੀਰਾਂ ਦੇ ਹੱਥ, ਅੰਬਾਨੀ ਅਡਾਨੀ ਦੇ ਹੱਥ ਵੇਚਣਾ। ਉਹਨਾਂ ਨੇ ਤਾਂ ਆਪ ਖਰੀਦ ਲੈਣਾ, ਉਹਨਾਂ ਨੇ ਤਾਂ ਤਬਾਹ ਕਰ ਦੇਣਾ ਸਾਨੂੰ। ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੇ ਇੱਥੋਂ ਦੇ ਫੁੱਲਾਂ ਦੀ ਖੇਤੀ ਹੋਵੇ, ਸਰਕਾਰ ਨੌਜਵਾਨਾਂ ਨੂੰ BSc ਐਗਰੀਕਲਚਰ, MSc ਐਗਰੀਕਲਚਰ ਨੌਜਵਾਨਾਂ ਨੂੰ ਅੰਗੇਜ ਕਰੇ, ਉਹ ਫਾਰਮਰ ਨੂੰ ਐਡਵਾਈਸ ਕਰਨ, ਤੁਸੀਂ ਜੀ ਆਹ ਫੁੱਲਾਂ ਦੀ ਖੇਤੀ ਕਰੋ। ਇਹਨੂੰ ਆਪਾਂ ਸਰਕਾਰ ਦਾ ਮਾਰਕ ਫੈਡ ਦਾ ਮਤਲਬ ਹੀ ਇਹ ਸੀ ਕਿ ਜਿਹੜਾ ਪ੍ਰੋਡਿਊਸ ਹੈ, ਜਿਹੜਾ ਕਿਸਾਨ ਨਹੀਂ ਵੇਚ ਸਕਦਾ, ਮਾਰਕ ਫੈਡ ਵਿੱਚ ਪੈ ਕੇ ਉਹਨੂੰ ਖਰੀਦ ਕੇ ਬਾਹਰਲੀਆਂ ਮਾਰਕੀਟਾਂ ਤੱਕ ਪਹੁੰਚਾਵੇ। ਇਹ ਉਹਨਾਂ ਦਾ ਫਰਜ਼ ਬਣਦਾ ਹੈ। ਦੂਸਰੇ ਨੰਬਰ 'ਤੇ ਇਹ ਜਿਵੇਂ ਉਹ ਪੋਸਟ ਦੀ ਖੇਤੀ ਹੈ, ਪੋਸਟ ਦੀ ਖੇਤੀ ਦੇਖੋ ਸਾਰੇ ਆਪਣਾ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਆਯੁਰਵੈਦਿਕ ਵੀ ਦਵਾਈਆਂ ਬਣਦੀਆਂ ਉਹਨਾਂ 'ਚ ਕਿਤੇ ਨਾ ਕਿਤੇ ਪੋਸਟ ਜਾਂ ਅਫੀਮ ਦੀ ਉਹ ਪੈਂਦੀ ਹੈ ਮਾਤਰਾ। ਅਸੀਂ ਚਾਹੁੰਦੇ ਹਾਂ ਕਿ ਉਸ ਖੇਤੀ 'ਚੋਂ, ਜਿਸ ਖੇਤੀ ਨੂੰ ਨਿਗਰਾਨੀ ਦੇ ਥੱਲੇ, ਦੇਖੋ ਇਹ ਨਹੀਂ ਆਪਾਂ ਕਹਿੰਦੇ ਕਿ ਤੁਸੀਂ ਮਤਲਬ ਖੁੱਲ੍ਹਾ ਕਰ ਦਿਓ, ਤੁਸੀਂ ਜਿਹੜਾ ਗਰੀਬ ਏਰੀਆ ਹੈ ਪਹਿਲਾਂ ਉਹਨੂੰ ਆਇਡੈਂਟੀਫਾਈ ਕਰੋ। ਸਭ ਤੋਂ ਵੱਧ ਖੁਦਕੁਸ਼ੀਆਂ ਕਿੱਥੇ ਹੁੰਦੀਆਂ, ਉੱਥੇ 2 ਲੱਖ ਏਕੜ ਮਾਰਕ ਕਰ ਦਿਓ, ਇੱਥੇ ਜਿੱਥੇ ਪੋਸਟ ਦੀ ਖੇਤੀ ਕੀਤੀ ਜਾ ਸਕਦੀ, ਉੱਥੇ ਉਹਨਾਂ ਨੂੰ ਲਾਇਸੈਂਸ ਦਿਓ, ਉਹ ਖੇਤੀ ਕਰਨ ਔਰ ਸਰਕਾਰ ਸਾਰਾ ਉਹਨਾਂ ਦਾ ਪ੍ਰੋਡਿਊਸ ਚੱਕੇ ਔਰ ਉਹਨਾਂ ਨੂੰ ਪੈਸੇ ਦੇਵੇ। ਜੇ ਤਾਂ ਤੁਹਾਡੀ ਨੀਅਤ ਸਹੀ ਹੈ ਫਿਰ ਤਾਂ ਸਭ ਕੁਝ ਹੋ ਸਕਦਾ। ਅਤੇ ਜੇ ਤੁਸੀਂ ਇਹ ਸੋਚੋ ਵੀ ਮਜੀਠੀਆ ਕਵੇ ਜੀਜਾ ਜੀ ਮੈਨੂੰ ਦੱਸਿਓ 2 ਲੱਖ ਏਕੜ ਕਿਹੜੀ ਆਪਾਂ ਕਰਨੀ ਹੈ, ਮੈਂ ਪਹਿਲਾਂ ਹੀ ਉੱਥੇ 10-50 ਹਜ਼ਾਰ ਏਕੜ ਮੁੱਲ ਲੈ ਲੈਣਾ, ਲਾਇਸੈਂਸ ਆਪਾਂ ਨੂੰ ਮਿਲ ਜਾਣਗੇ। ਜੇ ਤਾਂ ਹੁਣ ਫਿਰ ਆਹੀ ਕੰਮ ਕਰਨਾ ਹੈ ਉਹ ਤਾਂ ਜਿੱਥੇ ਮਰਜ਼ੀ ਤੁਸੀਂ ਕਰ ਸਕਦੇ ਹੋ, ਪਰ ਜੇ ਇਮਾਨਦਾਰੀ ਨਾਲ ਲੋਕਾਂ ਦਾ ਭਲਾ ਕਰਨਾ ਹੈ ਤਾਂ ਸਰਕਾਰ ਕੋਲ ਬਹੁਤ ਤਰੀਕੇ ਨੇ। ਅੱਛਾ ਬਾਦਲ ਸਾਹਿਬ, ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਪੂਰਨ ਤੌਰ 'ਤੇ ਖਤਮ ਹੋ ਚੁੱਕਾ? ਦੇਖੋ ਜੀ, ਨਸ਼ਾ ਤਾਂ ਪੂਰਨ ਤੌਰ 'ਤੇ ਕਦੇ ਵੀ ਨਹੀਂ ਖਤਮ ਹੋ ਸਕਦਾ। ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿਣਾ, ਇਹਨੂੰ ਤੁਸੀਂ ਘੱਟ ਕਰ ਸਕਦੇ ਹੋ, ਇੰਨੀ ਮਾਤਰਾ 'ਚ ਘੱਟ ਕਰ ਸਕਦੇ ਹੋ ਕਿ ਨੈਗਲੀਜੀਬਲ ਰਹਿ ਜੇ। ਤੁਸੀਂ ਮਤਲਬ ਇਹ ਇੱਕ ਤਾਂ ਹਾਰਮਫੁੱਲ ਜਿਹੜੇ ਹੈਗੇ ਆ ਨਾ ਕੈਮੀਕਲ ਨਸ਼ੇ, ਜਿਹੜੇ 1.5 ਸਾਲ 'ਚ ਇਨਸਾਨ ਨੂੰ ਮਾਰ ਦਿੰਦੇ ਆ,
ਜਿਹੜਾ ਆਪਾਂ ਦੇਖਦੇ ਹਾਂ ਸਰਿੰਜਾਂ ਉਹਨਾਂ ਦੀਆਂ ਵਿੱਚ ਹੀ ਰਹਿ ਜਾਂਦੀਆਂ, ਟੀਕਾ ਲਾਇਆ ਤੇ ਬੰਦੇ ਦਾ ਦਮ ਟੁੱਟ ਗਿਆ ਤੇ ਟੀਕੇ ਦੀ ਸਰਿੰਜ ਕੱਢਣ ਜੋਗਾ ਵੀ ਜ਼ੋਰ ਨਹੀਂ ਬਚਿਆ। ਇਹ ਜਿਹੜੀਆਂ ਇਹੋ ਜਿਹੇ ਨਸ਼ੇ ਹੈ, ਪਹਿਲਾਂ ਤਾਂ ਇਹ ਰਵਾਇਤੀ ਪੰਜਾਬ ਦੇ ਨਸ਼ੇ ਨਹੀਂ ਸੀ, ਇਹ ਉਹ 10 ਸਾਲਾਂ ਵਿੱਚ ਆਏ ਹੈ, ਜਿਹੜੇ 7 ਤੋਂ 17 ਤੱਕ। ਇਹ ਜਿਹੜੇ ਨਸ਼ੇ ਹੈ ਪਹਿਲਾਂ ਤਾਂ ਸਰਕਾਰ ਦੇ ਵਿੱਚ ਮੈਂ ਤਾਂ ਇਹੀ ਕਹੂੰ, ਉਦੋਂ ਪਹਿਲਾਂ ਮੈਂ ਤਾਂ ਚਿੱਟਾ ਚੁੱਟਾ ਸੁਣਿਆ ਨਹੀਂ ਸੀਗਾ ਵੀ ਚਿੱਟਾ ਕੀ ਹੁੰਦਾ ਹੈ ਜਾਂ ਕਿੱਥੋਂ ਕੀ ਹੈ। ਤੇ ਪਰ ਉਦੋਂ ਬਾਅਦ ਕਈ ਲੋਕ ਤਾਂ ਚਿੱਟੇ ਨੂੰ ਮਜੀਠੀਆ ਵੀ ਕਹਿਣ ਲੱਗ ਗਏ ਵੀ ਉੱਥੇ ਕਈ ਲੋਕ ਜਿਵੇਂ ਪਹਿਲਾਂ ਕਈ ਵਾਰ ਕਹਿ ਦਿੰਦੇ ਸੀਗੇ ਕਿਸੇ ਹੋਰ, ਮੈਂ ਚਲੋ, ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਆਹ ਜਿਹੜਾ 10 ਸਾਲਾਂ ਵਿੱਚ ਡਰੱਗ ਦਾ ਬਣਿਆ ਨਾ ਕਾਰੋਬਾਰ ਵਧਿਆ, ਇਹਦੇ ਪਿੱਛੇ ਬੜੀ ਇੱਕ ਸੋਚੀ ਸਾਜ਼ਿਸ਼ ਹੈ। ਇਹ ਸਾਜ਼ਿਸ਼ ਨੂੰ ਬੇਨਕਾਬ ਹੋਣਾ ਚਾਹੀਦਾ ਸੀ। ਕੈਪਟਨ ਸਾਹਿਬ ਨੇ ਵੀ ਸਹੁੰ ਖਾਦੀ ਸੀ ਗੁਟਕਾ ਸਾਹਿਬ ਦੀ ਕਿ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਾ ਖਤਮ ਕਰ ਦੂੰਗਾ। ਤੁਸੀਂ ਕਿਹਾ ਵੀ ਇਸ ਚੀਜ਼ ਨੂੰ ਘਟਾਇਆ ਜਾ ਸਕਦਾ, ਤੁਹਾਨੂੰ ਲੱਗਦਾ ਵੀ ਇਸ ਚੀਜ਼ ਨੂੰ ਉਸ ਹੱਦ ਤੱਕ ਘਟਾਇਆ ਗਿਆ ਜਿਹੜੇ ਹਿਸਾਬ ਨਾਲ ਉਹਨਾਂ ਨੇ ਸਹੁੰ ਖਾਦੀ ਸੀ? ਨਹੀਂ, ਕੈਪਟਨ ਸਾਹਿਬ ਨੇ ਤਾਂ ਕੋਸ਼ਿਸ਼, ਮੈਂ ਤਾਂ ਇਹ ਕਹੂੰਗਾ ਵੀ ਉਦੋਂ ਉਹਨਾਂ ਨੇ ਤਾਕਤ 'ਚ ਆਉਣ ਲਈ ਸਭ ਕੁਛ ਹੀ ਕਹਿਤਾ। ਉਹਨਾਂ ਨੇ ਇੰਨੇ ਕੁ ਹਰ ਘਰ ਨੌਕਰੀ, ਨਸ਼ਾ ਮੈਂ ਖ਼ਤਮ ਕਰੂੰਗਾ ਮਹੀਨੇ 'ਚ ਕਿ 2 ਮਹੀਨਿਆਂ 'ਚ, ਉਸ ਤੋਂ ਬਾਅਦ ਮੈਂ ਸਮਾਰਟਫੋਨ ਦੇਊਂਗਾ। ਹੁਣ ਕੀ ਕਰ ਰਹੇ ਨੇ ਕਿ ਉਹ ਛੋਟਾ ਜਿਵੇਂ ਹੁੰਦਾ ਨਾ 100% ਦੀ ਥਾਂ 'ਤੇ 5% ਆਪਾਂ ਕਰਕੇ ਕਹੀਏ ਯਾਰ ਅਸੀਂ ਕਰਤਾ ਦਿੱਤਾ। ਹੁਣ ਸਮਾਰਟਫੋਨ ਕਿੱਥੇ ਤਾਂ ਕਹਿੰਦੇ ਸੀ ਸਾਰਿਆਂ ਨੂੰ ਦੇਣੇ ਆ, ਹੁਣ ਇਕੱਲਾ 12ਵੀਂ ਕਲਾਸ ਦੇ ਸਟੂਡੈਂਟਾਂ ਨੂੰ ਦੇ ਕੇ ਤੇ ਕਹਿੰਦੇ ਵੀ ਅਸੀਂ ਆਪਦਾ ਵਾਅਦਾ ਪੂਰਾ ਕਰਤਾ। ਸੋ ਜਿਹੜੇ ਇਹਨਾਂ ਦੇ ਆ ਹੋਏ ਹੈ ਪੰਜਾਬ ਦੇ ਪਾਵਰ ਪਰਚੇਜ਼ ਐਗਰੀਮੈਂਟ, ਤੁਸੀਂ ਹੈਰਾਨ ਹੋ ਜਾਓਗੇ, ਇੰਨਾ ਧੋਖਾ ਹੈ ਇਹਨਾਂ ਵਿੱਚ ਕਿ ਕਦੇ ਸੁਣਿਆ ਵੀ ਕੋਈ ਇੰਡਸਟਰੀ ਜਿੰਨਾ ਪੈਦਾ ਕਰੂਗੀ, ਸਾਨੂੰ ਲੋੜ ਹੈ ਭਾਵੇਂ ਨਾ ਲੋੜ, ਅਸੀਂ ਖਰੀਦਾਂਗੇ, ਸਰਕਾਰ ਪੈਸੇ ਦੇਊਗੀ। ਉਹ ਜਿਹੜੇ ਪ੍ਰਾਈਵੇਟ ਪਲਾਂਟ ਲੱਗੇ ਨੇ ਉਹਨਾਂ ਨੂੰ ਨਾ ਸਿਰਫ ਮੁਨਾਫਾ ਦੇ ਰਹੇ ਨੇ ਬਲਕਿ ਇਸ ਲੈਵਲ ਦੀ ਰਿਟਰਨ ਦੇ ਰਹੇ ਨੇ ਕਿ ਉਹ ਕੁਝ ਵੀ ਨਾ ਕਰਨ ਪਰ ਪੈਸੇ ਸਰਕਾਰ ਨੂੰ ਦੇਣੇ ਹੀ ਪੈਣੇ। ਤੇ ਮਤਲਬ ਇਹ ਕਿਉਂ? ਫਿਰ ਆਖਰਕਾਰ ਬੰਦਾ ਪੁੱਛਦਾ ਹੈ ਇਹ ਕਿਉਂ, ਇਹੋ ਜਿਹੀਆਂ ਗੱਲਾਂ ਕਿਉਂ ਹੋਈਆਂ? ਕਿਉਂ ਕਰਕੇ ਚੋਰ ਤੇ ਕੁੱਤੀ ਰਲ ਗਏ। ਅੱਛਾ ਬਾਦਲ ਸਾਹਿਬ, ਕਈ ਚੀਜ਼ਾਂ, ਕਈ ਮੁੱਦੇ ਨਾ ਸਿਰਫ ਸਿਆਸਤ ਜਦ ਭਖਦੀ ਹੁੰਦੀ ਆ ਉਦੋਂ ਉਛਾਲੇ ਜਾਂਦੇ ਨੇ, ਯਾਨੀ ਕਿ ਜਦ ਚੋਣਾਂ ਕੋਲ ਹੁੰਦੀਆਂ ਨੇ ਕਈ ਮੁੱਦੇ ਜਿਹੜੇ ਨੇ ਉਹ ਉਸੇ ਸਮੇਂ ਉਛਾਲੇ ਜਾਂਦੇ ਨੇ। ਇੱਦਾਂ ਕਿਉਂ ਹੁੰਦਾ ਵੀ ਉਸ ਤੋਂ ਪਹਿਲਾਂ ਉਹਨੂੰ ਕਦੇ ਯਾਦ ਵੀ ਨਹੀਂ ਆਉਂਦੀ ਉਹਨਾਂ ਮੁੱਦੇ ਦੀ? ਮੈਂ ਦੱਸਦਾ ਜੀ, ਦੇਖੋ ਜਿਹੜਾ ਲੋਕਤੰਤਰ ਹੈ ਨਾ, ਲੋਕਤੰਤਰ ਵਿੱਚ ਇਲੈਕਸ਼ਨ ਇੱਕ ਸੱਚਾਈ ਹੈ, ਚੋਣਾਂ ਇੱਕ ਸੱਚਾਈ ਹੈ। ਇਹ ਵੀ ਜ਼ਰੂਰ ਹੈ ਕਿ ਚੋਣਾਂ ਵਿੱਚ ਪੈਸੇ ਦਾ ਪ੍ਰਭਾਵ ਵੱਧਦਾ ਇੰਨਾ ਜ਼ਿਆਦਾ ਪੈਸੇ ਦਾ ਰੋਲ ਵੱਧ ਗਿਆ ਅੱਜ ਕਿ ਚੋਣਾਂ ਦੇ ਵਿੱਚ ਕਰੋੜਾਂ ਰੁਪਇਆ ਲੱਗਣ ਲੱਗ ਗਿਆ ਚੋਣ ਜਿੱਤਣ ਲਈ। ਅੱਛਾ, ਫਿਰ ਤੁਸੀਂ 2 ਸਾਲ 3 ਸਾਲ ਪਹਿਲਾਂ ਬੰਸਰੀ ਵਜਾਈ ਜਾਓ, ਇਹਨਾਂ ਨੇ ਨਾ ਸਿਰਫ ਉਹਦਾ ਬਚਾਵ ਕਰਨ ਲਈ ਕੋਈ ਤੋੜ ਸੋਚ ਲੈਣਾ, ਬੜੇ ਸਕੀਮੀ ਲੋਕ ਨੇ, ਇਹਨਾਂ ਨੇ ਨਾ ਸਿਰਫ ਉਹ ਤੋਂ ਬਚਣ ਵਾਸਤੇ ਕੋਈ ਤੋੜ ਸੋਚ ਲੈਣਾ ਹੈ। ਹੁਣ ਮੈਂ ਤੁਹਾਨੂੰ ਦੱਸਾਂ ਕਿ ਮੈਂ 2015 ਦਾ ਮੇਰਾ ਮੋਹ ਭੰਗ ਹੋਇਆ ਸੀ ਅਕਾਲੀ ਦਲ ਤੋਂ। ਲੋਕ ਮੈਨੂੰ ਕਹਿੰਦੇ ਹੈ ਕਿ ਤੁਹਾਨੂੰ ਉਦੋਂ ਕਿਉਂ ਨਹੀਂ ਛੱਡਿਆ ਅਕਾਲੀ ਦਲ 2015 'ਚ ਜਦੋਂ ਬੇਅਦਬੀ ਹੋਈ। ਦੇਖੋ ਬੇਅਦਬੀ ਹੁੰਦੀ ਹੈ, ਹਾਲਾਤ ਦੇਖਦੇ ਆ, ਪਹਿਲੇ ਦਿਨ ਤਾਂ ਪਤਾ ਨਹੀਂ ਲੱਗਦਾ ਬੇਅਦਬੀ ਕਿਹਨੇ ਕਰਾਈ ਹੈ ਜਾਂ ਕਿਹਦਾ ਰੋਲ ਹੈ। ਹੌਲੀ ਹੌਲੀ ਤੱਥ ਸਾਹਮਣੇ ਆਉਂਦੇ ਹੈ, ਡੇਰੇ ਵਾਲਿਆਂ ਨੂੰ ਇਹ ਬਚਾਉਂਦੇ ਹੈ, ਜਿਹੜੀ ਸਿੱਟ ਬਣਾਈ ਹੈ ਉਹਦੀ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਦੇ, ਮਹਿੰਗੇ ਵਕੀਲ ਰੱਖਦੇ ਨੇ, ਬੰਦੇ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਇਹ ਦੋਸ਼ੀ ਨੇ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਉਸ ਬੇਅਦਬੀ ਦੇ ਵਿੱਚ ਸ਼ਾਮਿਲ ਸੀ? ਉਹਨਾਂ ਦੇ ਜਿਹੜੇ ਉਹ ਸੀ ਨਾ ਜਿਨ੍ਹਾਂ ਨੇ ਕੀਤੀ ਸੀ, ਉਹਨਾਂ ਨੂੰ ਵੋਟਾਂ ਖਾਤਰ ਬਚਾਉਣ ਵਾਸਤੇ ਉਹਨਾਂ ਦੇ ਨਾਲ ਧਿਰ ਬਣ ਕੇ ਖੜਾ ਸੀ ਬਾਦਲ ਪਰਿਵਾਰ, ਸ਼੍ਰੋਮਣੀ ਅਕਾਲੀ ਦਲ ਨਹੀਂ, ਬਾਦਲ ਪਰਿਵਾਰ। ਉਹ ਜਿਹੜਾ ਬਾਬਾ ਹੈ ਉਹ ਉਹਦੇ ਨਾਲ ਫਿਲਮਾਂ ਚੱਲਣ ਦੇ ਔਰ ਸੌਦੇ ਵੱਜ ਰਹੇ ਸੀ
ਜਿਹੜੇ ਮੀਟਿੰਗ ਉਹ ਤਾਂ ਹੁਣ ਕੁੰਵਰ ਵਿਜੇ ਪ੍ਰਤਾਪ ਜੀ ਆਪ ਹੀ ਦੱਸ ਦੇਣਗੇ ਸਾਰੀ ਗੱਲ। ਲੇਕਿਨ ਤੁਸੀਂ ਇਹ ਦੇਖੋ ਕਿ ਬਾਦਲਾਂ ਦੇ ਬਚਾਅ ਵਿੱਚ ਕੈਪਟਨ ਸਾਹਿਬ ਦਾ ਅਤੁਲ ਨੰਦਾ ਜਿਹੜਾ ਕਿ ਐਡਵੋਕੇਟ ਜਨਰਲ ਹੈ, ਉਹ ਹੀਅਰਿੰਗ ਤੋਂ ਪਹਿਲਾਂ ਛੁੱਟੀ ਲੈ ਜੇ, ਉੱਥੇ ਬਹਿਸ ਨਾ ਕਰਨ ਜਾਵੇ, ਲੰਮੀਆਂ ਤਰੀਕਾਂ ਪਵਾਵੇ। ਇੱਥੋਂ ਕੀ ਹਿਸਾਬ ਲਾਈਏ? ਬਾਦਲ ਸਾਹਿਬ ਸਰਕਾਰ ਜਦੋਂ ਜਾਂਦੀ ਹੋਵੇ 2017 ਦੀ, ਉਦੋਂ ਬਾਦਲ ਸਾਹਿਬ ਕੈਪਟਨ ਦੇ ਕੇਸ ਖਾਰਜ ਕਰ ਦੇਣ ਤੇ ਕੈਪਟਨ ਸਾਹਿਬ ਬਾਦਲਾਂ ਦੀ ਮਦਦ ਕਰਨ, ਤੇ ਇਹਦਾ ਫਿਰ ਮੈਂ ਕਹਿੰਦਾ ਵੀ ਇਹ ਲੋਕਾਂ ਨਾਲ ਧੋਖਾ ਨਹੀਂ ਤਾਂ ਕੀ ਹੈ? ਮੈਨੂੰ ਦੱਸੋ। ਹੁਣ IG ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦੇ ਦਿੱਤਾ, ਮਨਜ਼ੂਰ ਕਰ ਲਿਆ ਗਿਆ। ਤੁਹਾਨੂੰ ਲੱਗਦਾ ਕੁੰਵਰ ਵਿਜੇ ਪ੍ਰਤਾਪ ਤੋਂ ਇਲਾਵਾ ਹੁਣ ਇਸ ਮਸਲੇ ਨੂੰ ਅੱਗੇ ਲੈ ਕੇ ਜਾਇਆ ਜਾ ਸਕਦਾ, ਜਾਂ ਜਿਹੜੇ ਦੋਸ਼ੀ ਜਿਹੜੇ ਸੀਗੇ ਉਹਨਾਂ ਨੂੰ ਸਜ਼ਾ ਮਿਲ ਸਕਦੀ ਹੈ ਜਿਹੜੇ ਉਸ ਚੀਜ਼ ਦੇ ਵਿੱਚ ਇਨਵੋਲਵ ਸੀਗੇ? ਦੇਖੋ, ਇੱਕ ਸ਼ੈ ਹੁੰਦੀ ਹੈ ਨਾ, ਜਦੋਂ ਸਰਕਾਰ ਦੀ ਸ਼ੈ ਹੋਵੇ ਨਾ ਬੰਦੇ ਨੂੰ ਤਾਂ ਪਤਾ ਲੱਗ ਜਾਂਦਾ ਹੈ। ਉਹ ਜਿਹੜੇ ਡੇਰੇ ਵਾਲੇ ਸੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਡਾ ਬਾਪ ਚੱਕ ਲਿਆ, ਜੇ ਹਿੰਮਤ ਹੈ ਤਾਂ ਆ ਕੇ ਲੈ ਜਾਓ, ਨਹੀਂ ਅਸੀਂ ਕਤਰਾ ਕਰਕੇ ਖਿਲਾਰ ਦਾਂਗੇ। ਹੁਣ ਦੇਖੋ, ਵਾਰ-ਵਾਰ ਇਹ ਗੱਲ ਕਹਿੰਦੇ ਆ ਤਾਂ ਦੁੱਖ ਵੀ ਹੁੰਦਾ ਮਨ ਨੂੰ, ਲੇਕਿਨ ਇੱਕ ਮੈਨੂੰ ਦੱਸੋ, ਉਹਨਾਂ ਵਿੱਚ ਇੰਨੀ ਹਿੰਮਤ ਕਿੱਥੋਂ ਆ ਗਈ ਕਿ ਉਹ ਪੋਸਟਰ ਲਾ ਦੇਣ ਇਹੋ ਜਿਹੀ ਗੱਲ, ਔਰ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਹੋਵੇ, ਗਨਮੈਨ ਉਹਨਾਂ ਨੂੰ ਦਿੱਤੇ ਜਾਣ, ਗੋਲੀਆਂ ਆਪਣੇ ਬੰਦਿਆਂ ਦੇ ਮਾਰੀਆਂ ਜਾਣ ਜਿਹੜੇ ਇਨਸਾਫ ਮੰਗਦੇ ਸੀ। ਤੇ ਦੇਖੋ, ਵੋਟਾਂ ਉਹ ਤਾਂ ਹੁਣ ਡੇਰਾ ਪ੍ਰੇਮੀ ਤਾਂ ਸ਼ਰੇਆਮ ਕਹਿੰਦੇ ਆ ਵੀ ਜਿਹੜੀ ਹਰਸਿਮਰਤ ਜਿੱਤੀ ਹੈ MP ਦੀ, ਆ ਜਿਹੜੀ ਹੁਣ ਆ ਪਿਛਲੇ ਵਾਰ, ਤੇ ਇਹ ਸਾਡੀਆਂ ਵੋਟਾਂ ਤੋਂ ਬਿਨਾਂ ਜਿੱਤ ਗਈ, ਇਹ ਅਸੀਂ ਨਾ ਵੋਟ ਪਾਉਂਦੇ ਲੱਖ ਵੋਟ ਤੇ ਹਾਰਦੀ। ਸੋ ਕਹਿਣ ਦਾ ਮਤਲਬ ਹੈ ਇਹਨਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਪਨਾਹ ਦਿੱਤੀ, ਗੁਰੂ ਮਹਾਰਾਜ ਵੱਲ ਪਿੱਠ ਕਰ ਲਈ, ਵੋਟਾਂ ਦੀ ਖਾਤਰ ਇਹਨਾਂ ਨੇ ਸਭ ਕੁਝ ਕੀਤਾ। ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਦੇਖੋ, ਵੋਟਾਂ ਜਿੱਤਣੀਆਂ ਦੋ ਤਰੀਕੇ ਹੈ, ਜਾਂ ਤਾਂ ਤੁਹਾਡਾ ਕੰਮ ਬੋਲਦਾ ਹੋਵੇ, ਜਾਂ ਤਾਂ ਤੁਹਾਡਾ ਇਮਾਨਦਾਰੀ ਨਾਲ ਕੀਤਾ ਕੰਮ ਲੋਕਾਂ ਦੇ ਮਨਾਂ ਵਿੱਚ। ਕੇਜਰੀਵਾਲ ਸਾਹਿਬ ਕਿਵੇਂ 3 ਵਾਰ ਜਿੱਤ ਗਿਆ ਬਈ? ਕੇਜਰੀਵਾਲ ਦਿੱਲੀ 'ਚ ਤੀਸਰੀ ਵਾਰ ਸਰਕਾਰ ਉਹਨੇ ਬਣਾਈ, ਕੇਜਰੀਵਾਲ ਸਾਹਿਬ ਕਿਵੇਂ ਜਿੱਤ ਗਿਆ? ਤੇ ਇਹਨਾਂ ਨੂੰ ਇਹੋ ਜਿਹੇ ਹੱਥਕੰਡੇ ਕਿਉਂ ਅਪਣਾਉਣੇ ਪੈਂਦੇ ਹੈ ਕਿ ਅਸੀਂ ਕਿਸੇ ਡੇਰੇ ਦੇ ਜਾ ਕੇ ਮੱਥਾ ਰਗੜੀਏ, ਅਸੀਂ ਕਿਸੇ ਬਾਬੇ ਦੀਆਂ ਵੋਟਾਂ ਪਵਾ ਲਈਏ, ਅਸੀਂ ਕੋਈ ਪੈਸੇ ਨਾਲ ਵੋਟਾਂ ਖਰੀਦ ਲਈਏ। ਦੇਖੋ ਕਿ ਮਤਲਬ ਲੋਕਤੰਤਰ ਨੂੰ ਜਾਣ ਬੁੱਝ ਕੇ ਤੁਸੀਂ ਡਾਇਵਰਟ ਕਰਕੇ, ਉਹਨੂੰ ਤੋੜ ਮਰੋੜ ਕੇ, ਤੇ ਤੁਸੀਂ ਉਹਦੇ ਵਿੱਚੋਂ ਤਾਕਤ ਜਿੱਤਣ ਦੀ ਕੋਸ਼ਿਸ਼ ਕਰਦੇ ਹੋ। ਉਹਨਾਂ ਲੋਕਾਂ ਨੂੰ ਤੁਸੀਂ ਮਜਬੂਰ ਕਰ ਰਹੇ ਹੋ ਜਿਹਨੂੰ ਥਾਣੇ ਕੰਮ ਪੈਂਦਾ ਹੈ। ਹੁਣ ਬਾਹਰਲੇ ਮੁਲਕਾਂ 'ਚ ਹੈ, ਕੋਈ ਪੁਲਿਸ ਦੇ ਵਿੱਚ ਕੋਈ ਫੋਨ ਕਰਦਾ ਕਿ ਇਹਨਾਂ ਨੂੰ ਇਨਸਾਫ ਦਿਓ ਜੀ, ਇਹਨਾਂ ਨਾਲ ਧੱਕਾ ਹੋ ਗਿਆ। ਜੇ ਕੈਨੇਡਾ ਅਮਰੀਕਾ ਵਿੱਚ ਕੋਈ ਗੁਨਾਹ ਹੁੰਦਾ ਹੈ, ਚਾਹੇ ਕਿੱਡਾ ਵੱਡਾ ਲੀਡਰ ਹੈ, ਫੜ ਕੇ ਅੰਦਰ ਦੇ ਦਿੰਦੇ ਆ। ਸਾਡੇ ਇੱਥੇ ਕਿਉਂ ਨਹੀਂ ਇਹੀ? ਸਾਡੇ ਜਾਓ ਜੀ, ਪਹਿਲਾਂ ਹਲਕਾ ਇੰਚਾਰਜ ਕੋਲ ਜਾਓ, ਉਹ ਫਿਰ ਕਹੂਗਾ ਵੀ ਅੱਬਲ ਕੀ ਤਾਂ ਉਹ ਤੁਹਾਡੇ ਵਿਰੋਧੀਆਂ ਤੋਂ ਪੈਸੇ ਲੈ ਕੇ ਤੁਹਾਡੇ 'ਤੇ ਹੀ ਪਰਚਾ ਕਰਾ ਦੂ ਮਦਈਆਂ 'ਤੇ, ਨਹੀਂ ਤਾਂ ਉਹ ਕਹੂਗਾ ਪੁਲਿਸ ਨੂੰ ਕਿ ਵੇਖ ਲਿਓ ਮੈਂ ਇਹਨਾਂ ਨੂੰ ਭੇਜਦਾ। ਪਹਿਲਾਂ ਉਹ ਲੁੱਟੂਗਾ, ਫਿਰ ਪੁਲਿਸ ਲੁੱਟੂਗੀ, ਫਿਰ ਉਸ ਤੋਂ ਬਾਅਦ ਪਤਾ ਨਹੀਂ ਇਨਸਾਫ ਮਿਲੂਗਾ ਨਹੀਂ ਮਿਲੂਗਾ। ਇਹ ਸਭ ਖਤਮ ਹੋਣਾ ਚਾਹੀਦਾ ਹੈ। ਚੌਥੇ ਫਰੰਟ ਦੀ ਜਿਹੜੀ ਸਰਕਾਰ ਹੈ, ਇਹ ਇਹੋ ਜਿਹੀ ਬਣਨੀ ਚਾਹੀਦੀ ਹੈ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਬੂਰ ਤਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਉਣਾ, ਅਕਾਲ ਪੁਰਖ ਨੇ। ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਸਾਰੇ ਚੰਗੇ ਬੰਦੇ ਇੱਕ ਪਲੇਟਫਾਰਮ 'ਤੇ ਆ ਜਾਣ, ਚੰਗੀਆਂ ਪਾਰਟੀਆਂ ਵੀ ਨਾਲ ਹੋਣ, ਲੋਕਾਂ ਨੂੰ ਇੱਕ ਵਿਕਲਪ ਮਿਲ ਜੇ। ਜਿਹੜੇ ਲੋਕ ਕਹਿੰਦੇ ਆ ਨਾ ਵੀ ਦੱਸੋ ਜੀ ਫਿਰ ਕਿਹੜੇ ਖੂਹ 'ਚ ਡਿੱਗੀਏ, ਕਿੱਥੇ ਜਾਈਏ, ਉਹਨਾਂ ਨੂੰ ਕਹੀਏ ਵੀ ਆਹ ਤੁਹਾਡੇ ਕੋਲ ਵਿਕਲਪ ਸੀ। ਜੇ ਤਾਂ ਤੁਸੀਂ ਵੋਟਾਂ ਪਾਕਤੀਆਂ ਤਾਂ ਇਮਾਨਦਾਰ ਤੁਸੀਂ ਬੰਦੇ ਚੁਣ ਲਏ, ਠੀਕ ਹੈ, ਨਹੀਂ ਤੁਸੀਂ ਆਪਦੀ ਕਿਸਮਤ ਆਪ ਚੁਣੀ ਹੈ, ਤੁਹਾਡੇ ਕੋਲੇ ਵਿਕਲਪ ਸੀ, ਤੁਸੀਂ ਵਿਕਲਪ ਦੀ ਥਾਂ 'ਤੇ ਤੁਸੀਂ ਫਿਰ ਉਹਨਾਂ ਹੀ ਲੋਕਾਂ ਦੇ ਨਾਲ ਤੁਰੇ ਜਿਹੜੇ ਲੋਕਾਂ ਦੀ ਹੁਣ ਇੱਕ ਰਿਕਾਰਡ ਆਪਣੇ ਸਾਹਮਣੇ ਪਿਆ ਹੈ ਕਿ ਉਹਨਾਂ ਨੇ ਝੂਠ ਵੀ ਬੋਲਦੇ ਨੇ, ਧੋਖਾ ਵੀ ਕਰਦੇ ਨੇ, ਪੈਸੇ ਵੀ ਕਮਾਉਂਦੇ ਨੇ, ਔਰ ਮਤਲਬ ਸਭ ਕੁਝ obstruction of justice ਵੀ ਕਰਦੇ ਨੇ, ਸਭ ਕੁਝ ਕਰਦੇ ਨੇ। ਅਤੇ ਉਹਨਾਂ ਨਾਲ ਫਿਰ
ਮਤਲਬ ਚੱਲਣਾ, ਮਤਲਬ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰਨਾ। ਅੱਛਾ, ਬਾਦਲ ਸਾਹਿਬ ਵੀ ਤੁਸੀਂ ਮੰਨਦੇ ਹੋ ਕਿਤੇ ਨਾ ਕਿਤੇ ਵੀ ਜਿਹੜਾ ਬੇਅਦਬੀ ਕਾਂਡ ਸੀ ਜਾਂ ਗੋਲੀ ਕਾਂਡ ਜਿਹੜਾ ਹੋਇਆ ਸੀ ਬਹਿਬਲ ਕਲਾਂ ਦੇ ਵਿੱਚ, ਇਸ ਦੇ ਵਿੱਚ ਕੈਪਟਨ ਸਰਕਾਰ ਵੀ ਜ਼ਿੰਮੇਵਾਰ ਹੈ ਕਿ ਉਹਨਾਂ ਨੇ ਸਹੀ ਜਾਂਚ ਨਹੀਂ ਕਰਵਾਈ, ਉਹ ਐਡਵੋਕੇਟ ਨਹੀਂ ਹਾਇਰ ਕੀਤੇ ਜਿਹੜੇ ਕਰਨੇ ਚਾਹੀਦੇ ਸੀ? ਦੇਖੋ, ਮੈਂ ਤਾਂ ਮੰਨਦਾ ਹੈ ਕਿ ਇੱਕ ਧਾਰਾ ਹੁੰਦੀ ਹੈ 120B। 120B ਦਾ ਮਤਲਬ ਹੁੰਦਾ ਉਹਨੂੰ ਵੀ ਉਨੀ ਸਜ਼ਾ ਮਿਲਦੀ ਹੈ ਬੰਦੇ ਨੂੰ ਜਿੰਨੀ ਕਿ ਦੂਜੀਆਂ ਬੰਦਿਆਂ ਨੂੰ ਮਿਲਦੀ, ਮੁਲਜ਼ਮਾਂ ਨੂੰ। ਉਹਦੇ ਵਿੱਚ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਮੁਲਜ਼ਮ ਨਾਲ ਮਿਲ ਕੇ ਤੁਸੀਂ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਜਿਹੜੀ ਸਕੀਮ ਬਣੀ ਹੁੰਦੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ, ਇਨਸਾਫ ਦੇ ਨਹੀਂ ਰਹੇ। ਮੈਂ ਸ਼ਰੇਆਮ ਕਹਿੰਦਾ ਕਿ 120B ਕੈਪਟਨ 'ਤੇ ਲੱਗਣੀ ਚਾਹੀਦੀ ਹੈ। ਮੇਰੇ ਮਨ 'ਚ ਇੱਜ਼ਤ ਸੀ ਕੈਪਟਨ ਸਾਹਿਬ ਦੀ। ਕਿਸੇ ਟਾਈਮ 'ਤੇ ਇਹਨਾਂ ਨੇ ਅਸਤੀਫਾ ਦਿੱਤਾ ਸੀ ਜਦੋਂ ਬਲੂ ਸਟਾਰ ਹੋਇਆ ਸੀ, ਲੇਕਿਨ ਕੈਪਟਨ ਸਾਹਿਬ ਜੋ ਤੁਸੀਂ ਆਪਦੀ ਯਾਰੀ ਪਗਾਉਣ ਵਾਸਤੇ ਹੁਣ ਕੀਤਾ ਹੈ, ਤੁਹਾਡੀ ਕਿਸੇ ਪੰਜਾਬੀ ਦੇ ਮਨ ਦੇ ਵਿੱਚ ਹੁਣ ਕੋਈ ਇੱਜ਼ਤ ਨਹੀਂ ਰਹੀ। ਅੱਛਾ, ਕਈ ਮੈਂ ਗੱਲ ਕਰਾਂ ਜਿਵੇਂ ਹੁਣ ਸੁਖਬੀਰ ਬਾਦਲ ਜੀ ਉਹਨਾਂ ਨੇ ਪਿੱਛੇ ਅੰਬੇਦਕਰ ਸਾਹਿਬ ਦਾ ਜਨਮ ਦਿਨ ਨਿਕਲਿਆ, ਉੱਥੇ ਜਲੰਧਰ ਦੇ ਵਿੱਚ ਜਾ ਕੇ ਬਿਆਨ ਦਿੱਤਾ ਕਿ ਜਿਹੜਾ ਡਿਪਟੀ ਸੀਐਮ ਦਾ ਚਿਹਰਾ ਜਿਹੜਾ ਹੋਊਗਾ ਉਹ ਇੱਕ ਦਲਿਤ ਪਰਿਵਾਰ 'ਚੋਂ ਹੋਊਗਾ। ਜਾਂ ਹੁਣ ਕੈਪਟਨ ਸਾਹਿਬ ਦੇ ਵੀ ਕਾਫੀ ਬਿਆਨ ਆ ਰਹੇ ਨੇ ਦਲਿਤਾਂ ਨੂੰ ਲੈ ਕੇ ਕਿ ਅਸੀਂ ਸਕੀਮ ਚਲਾਵਾਂਗੇ, ਦਲਿਤ ਦੇ ਜਿਹੜੇ 12ਵੀਂ ਕਲਾਸ ਦੇ ਜਿਹੜੇ ਵਿਦਿਆਰਥੀ ਹੋਣਗੇ ਉਹਨਾਂ ਵਾਸਤੇ ਸਮਾਰਟਫੋਨ ਵੰਡਾਂਗੇ, ਬਾਹਰ ਪੜ੍ਹਨ ਵਾਸਤੇ ਜਿਹੜੀ ਇੱਕ ਸਪੈਸ਼ਲ ਜਿਹੜੀ ਹੈ ਸਕਾਲਰਸ਼ਿਪ ਜਿਹੜੀ ਹੈ ਉਹ ਚਲਾਈ ਜਾਵੇਗੀ, ਯਾਨੀ ਕਿ ਜਿਹਦੇ ਵਿੱਚ ਦਲਿਤ ਪਰਿਵਾਰ ਜਿਹੜਾ ਬਾਹਰ ਜਾਵੇਗਾ। ਹੁਣ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਦਲਿਤ ਪਰਿਵਾਰ ਦਾ ਦਲਿਤ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਕਾਂਗਰਸ ਪਾਰਟੀ ਹੈ, ਉਹ ਕਿਤੇ ਨਾ ਕਿਤੇ ਹੁਣ ਦਲਿਤਾਂ ਨੂੰ ਮੁੱਖ ਰੱਖ ਕੇ ਜਿਹੜੀਆਂ ਹੁਣ 22 ਦੀ ਚੋਣਾਂ ਦਾ ਦੇਖ ਰਹੀ ਹੈ ਵੀ ਸਾਡੀ 22 ਦੀ ਚੋਣਾਂ ਇਕੱਠੀਆਂ ਹੋਣ, ਵੋਟਾਂ ਇਕੱਠੀਆਂ ਹੋਣ ਦਲਿਤਾਂ ਨੂੰ ਲੈ ਕੇ? ਦੇਖੋ, ਇੱਕ ਹੁੰਦੀ ਹੈ ਕਹਿਣੀ, ਇੱਕ ਹੁੰਦੀ ਹੈ ਕਰਨੀ ਕਹਿਣੀ ਔਰ ਕਰਨੀ। ਤੁਸੀਂ ਕਹਿੰਦੇ ਹੋ ਕਿ ਅਸੀਂ ਦਲਿਤ ਨੂੰ ਡਿਪਟੀ ਸੀਐਮ ਬਣਾਵਾਂਗੇ। ਪਹਿਲਾ ਸਵਾਲ ਤਾਂ ਇਹ ਹੈ ਕਿ ਤੁਹਾਡੇ 15 ਸਾਲ, ਪਿਛਲੇ 20 ਸਾਲਾਂ 'ਚੋਂ 15 ਸਾਲ ਤਾਂ ਤੁਸੀਂ ਰਾਜ ਕੀਤਾ ਹੈ। 2007 ਤੋਂ 2097 ਤੋਂ 2002, 2007 ਤੋਂ 2017, ਠੀਕ ਹੈ। ਉਦੋਂ ਤੁਸੀਂ ਦਲਿਤ ਨੂੰ ਡਿਪਟੀ ਸੀਐਮ ਕਿਉਂ ਨਹੀਂ ਬਣਾਇਆ? ਨੰਬਰ 1। ਨੰਬਰ 2 'ਤੇ ਮਜੀਠੀਆ ਪਹਿਲੀ ਵਾਰ MLA ਬਣਦਾ ਹੈ 2007 ਵਿੱਚ। ਇੱਕ ਦਲਿਤ ਨੂੰ, ਸਰਵਨ ਸਿੰਘ ਫਲੌਰ ਜਿਹੜਾ ਕਿ 5ਵੀਂ ਵਾਰ ਜਿੱਤਿਆ, ਉਹਨੂੰ 5ਵੀਂ ਵਾਰ ਜਿੱਤੇ ਦਲਿਤ ਨੂੰ ਮੰਤਰੀ ਮੰਡਲ 'ਚੋਂ ਕੱਟ ਕੇ ਤੁਸੀਂ ਆਪਦੇ ਰਿਸ਼ਤੇਦਾਰ ਨੂੰ ਪਾ ਦਿੰਦੇ ਹੋ ਪਹਿਲੀ ਵਾਰ ਜਿੱਤੇ ਨੂੰ। ਇੱਥੋਂ ਤੁਹਾਨੂੰ ਕੀ ਤੁਸੀਂ ਸ਼ੋਅ ਕਰਦਾ ਕਿੰਨੀ ਕੁ ਇੱਜ਼ਤ ਕਰਦੇ ਹੋ ਦਲਿਤ ਲੀਡਰਾਂ ਦੀ? ਇਸਤੇਮਾਲ ਕੀਤਾ ਜਾ ਰਿਹਾ ਦਲਿਤਾਂ ਦਾ। ਬਿਲਕੁਲ, ਮੈਂ ਸਮਝਦਾ ਇਹ ਤਾਂ ਹੁਣ ਦਲਿਤ ਭਰਾਵਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਦੇਖੋ, ਇਹ ਜਿਹੜਾ ਗੱਲਾਂ ਨਾਲ ਡਿਪਟੀ ਸੀਐਮ ਬਣਾਉਂਦੇ ਆ ਨਾ, ਇਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਅਸੀਂ ਬਸਪਾ ਨਾਲ ਅਸੀਂ ਗੱਠਜੋੜ ਕਰ ਲਾਂਗੇ ਤੇ ਸਾਨੂੰ ਬਣਾਉਣਾ ਹੀ ਪੈਣਾ ਬਸਪਾ ਦਾ ਇੱਕ ਬੰਦਾ, ਤੇ ਉਹ ਅਸੀਂ ਕਹਿ ਦਾਂਗੇ ਜੀ ਅਸੀਂ ਬਣਾ। ਇਹ ਬੜੇ ਸਕੀਮੀ ਲੋਕ ਨੇ। ਸ਼ਾਇਦ ਇਹ ਵੀ ਹੋ ਸਕਦਾ ਬਾਦਲ ਸਾਹਿਬ ਕਿ ਜਿਵੇਂ ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ, ਕਿਸਾਨ ਆਗੂਆਂ ਨੇ ਜਿਹੜਾ ਇਹ ਕਿਹਾ ਹੋਇਆ ਕਿ ਜਿਹੜੀ ਵੀ ਪਾਰਟੀਆਂ ਨੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ। ਹੁਣ ਇਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਜ਼ਿਆਦਾਤਰ ਤਬਕਾ ਜਿਹੜਾ ਹੈ ਕਿਸਾਨ ਤਬਕਾ ਆਪਣੇ ਪੰਜਾਬ ਦੇ ਵਿੱਚ, ਤੇ ਉਸ ਤੋਂ ਬਾਅਦ ਜੇ ਦੂਜੇ ਨੰਬਰ 'ਤੇ ਆਉਂਦਾ ਤਾਂ ਦਲਿਤ ਨੇ, ਜ਼ਿਆਦਾ ਗਿਣਤੀ, ਬਹੁ ਗਿਣਤੀ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਜੇ ਕਿਸਾਨ ਹਟ ਗਏ ਤਾਂ ਹੁਣ ਇੱਕ ਦਲਿਤ ਨੇ ਜਿਹੜੇ ਸਾਡੀ ਵੋਟ ਬਣ ਸਕਦੇ ਨੇ। ਦੇਖੋ, ਇਹ ਤਾਂ ਇਹਨਾਂ ਨੇ ਸਾਰਾ 5-5 ਵਾਰ ਸਰਵੇ ਕਰਾਉਂਦੇ ਆ। 5-5 ਵਾਰ ਇਹ ਇੱਕ ਸਰਵੇ ਇਹਨਾਂ ਦਾ 22 ਲੱਖ ਰੁਪਈਆ, ਮੈਨੂੰ ਯਾਦ ਹੈ 22 ਲੱਖ ਰੁਪਈਆ ਲੱਗਦਾ ਇੱਕ ਵਾਰ ਦਾ, ਤੇ ਕਰੋੜ ਰੁਪਈਆ 'ਚ ਇਹ ਸਰਵੇ ਹੁੰਦੇ ਆ 5 ਇਹਨਾਂ ਦੇ। ਜਿਹੜੇ 5 ਸਰਵੇ ਹੈ ਉਹ ਕੀ ਦੱਸਦੇ ਆ, ਕਿਹੜੇ ਮੁੱਦੇ ਭਾਰੂ ਰਹਿਣਗੇ, ਦਲਿਤ ਵੋਟ ਨੂੰ ਕਿਹੜੇ ਮੁੱਦਿਆਂ 'ਤੇ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਕਿੰਨੀਆਂ ਸੀਟਾਂ ਜਿੱਥੇ ਦਲਿਤ ਵੋਟਰ ਜਿੱਤ ਹਾਰ ਕਰਾ ਸਕਦੇ ਹੈ। ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਕੋਲੇ ਹੁੰਦੀਆਂ। ਇਹ ਫਿਰ ਉਹਨੂੰ ਮੈਨੇਜ ਕਰਨ ਵਾਸਤੇ ਇਹ ਫਿਰ ਅਲੱਗ-ਅਲੱਗ ਅਨਾਊਂਸਮੈਂਟਾਂ ਕਰਦੇ ਨੇ, ਬਿਆਨ ਦਿੰਦੇ ਨੇ। ਅੱਛਾ, ਦੂਸਰੇ ਪਾਸੇ ਮਾਤੜ ਹੈ ਜਿਹੜੇ ਵਿਚਾਰੇ ਇਮਾਨਦਾਰੀ ਨਾਲ ਇਕੱਠਾ ਚੱਲਣ ਵਾਸਤੇ ਰਾਜੀ ਹੁੰਦੇ ਹੈ, ਉਹਨਾਂ ਕੋਲ 1 ਕਰੋੜ ਹੁੰਦਾ ਹੀ ਨਹੀਂ ਵੀ ਅਸੀਂ ਕਿੱਥੋਂ ਸਰਵੇ ਕਰਾਈਏ। ਉਹ ਸਿਰਫ ਲੋਕਾਂ ਦੇ ਰਹਿਮੋ ਕਰਮ 'ਤੇ ਹੈ। ਉਹਨਾਂ ਦੀ ਤਾਂ ਇੱਕੋ ਇੱਕ ਢਾਲ ਹੈ, ਉਹ ਹੈ ਜਨਤਾ। ਜੇ ਤਾਂ ਜਨਤਾ ਉਹਨਾਂ ਦੀ ਬਾਂਹ ਫੜ ਲੂਗੀ ਸਾਡੇ ਵਰਗਿਆਂ ਦੀ, ਤੇ ਉਹ ਕੁਛ ਨਾ ਕੁਛ ਬਣ ਜੂਗਾ। ਨਹੀਂ ਤਾਂ ਇਹਨਾਂ ਨੇ ਤਾਂ ਆ ਕੇ ਫਿਰ ਉਹੀ ਕਰਨਾ
ਇਹਨਾਂ ਨੇ ਤਾਂ ਪਰਚੇ ਦਰਜ ਕਰਕੇ ਫਿਰ ਆਪਦੀ ਉਹ ਜਿਹੜੀ ਸਿਆਸਤ ਹੈ ਨਾ, ਠਾਣਾ ਕਲਚਰ ਦੇ ਨਾਲ ਇਹ ਗਲੀ ਪੱਕੀ ਕਰਤੀ ਜੀ, ਤੇ 5-7 ਪਰਚੇ ਕਰਾਤੇ ਜੀ, ਤੇ ਇੱਕ ਅੱਧਾ ਸੰਗਤ ਦਰਸ਼ਨ ਕਰਤਾ ਜੀ। ਬਸ ਪੰਜਾਬੀਆਂ ਨੂੰ ਉੱਥੇ ਕੀ ਰੱਖਣਾ ਚਾਹੁੰਦੇ ਆ, ਨਵੀਂ ਸੋਚ ਜਾਂ ਨਵੇਂ ਜਿਹੜੀ ਆਪਣੀ ਇੰਨੀ ਪਨੀਰੀ ਬਾਹਰ ਦੇ ਮੁਲਕਾਂ 'ਚ ਚਲੀ ਗਈ, ਉੱਥੇ ਕੰਮ ਕਰਨ ਲਈ ਮਜਬੂਰ ਹੈ, ਕਿਉਂ ਕਰਕੇ ਇੱਥੇ ਚੱਲ ਨਹੀਂ ਰਿਹਾ, ਕੰਮ ਨਹੀਂ ਹੈ। ਸੋ ਮੈਂ ਸਮਝਦਾ ਬੜੇ ਦੁੱਖ ਦੀ ਗੱਲ ਹੈ, ਕੋਈ ਖੁਸ਼ ਨਹੀਂ ਆਪਦਾ ਘਰ ਛੱਡ ਕੇ। ਮੈਂ ਤੁਹਾਨੂੰ ਦੱਸ ਸਕਦਾ ਜਿਹੜੇ ਬਾਹਰਲੇ ਮੁਲਕ ਵੀ ਗਏ ਆ ਨਾ, ਉਹਨਾਂ ਨੂੰ ਵੀ ਮਾਂ ਪਿਓ ਯਾਦ ਆਉਂਦਾ ਹੈ, ਉਹਨਾਂ ਨੂੰ ਵੀ ਪਿੰਡ ਵਾਲਾ ਘਰ ਯਾਦ ਆਉਂਦਾ ਹੈ, ਪਰ ਉਹ ਕੀ ਕਰਨ, ਮਜਬੂਰੀ ਹੈ। ਪੈਸੇ ਚੱਕੇ ਹੁੰਦੇ ਆ ਵਿਆਜ 'ਤੇ, ਮੀਟਰ ਚੱਲ ਰਿਹਾ ਵਿਆਜ ਦਾ, ਪੈਸੇ ਵਾਪਸ ਵੀ ਕਰਨੇ ਹੈ, ਬਾਪੂ ਨੇ ਜ਼ਮੀਨ ਵੀ ਰੱਖੀ ਹੈ ਗਿਰਵੀ। ਸੋ ਇਸ ਕਰਕੇ ਬੜੀ ਦੁੱਖ ਦੀ ਗੱਲ ਹੈ। ਮੈਂ ਤਾਂ ਪੰਜਾਬੀਆਂ ਨੂੰ ਇਹੀ ਬੇਨਤੀ ਕਰੂੰ, ਸਿਆਣੇ ਹੋ ਜੋ, ਸਿਆਣੇ ਹੋ ਕੇ ਇੱਕ ਥਾਂ 'ਤੇ ਪਹਿਰਾ ਦੇ ਦਿਓ। ਅੱਛਾ ਬਾਦਲ ਸਾਹਿਬ, ਕੱਲ੍ਹ ਦੀ ਖਬਰ ਆ ਰਹੀ ਹੈ ਕਿ ਇੱਕ ਅਕਾਲੀ ਦਲ ਦੇ ਵਿੱਚੋਂ ਹੀ ਇੱਕ ਮਹਿਲਾ ਆਗੂ ਦੇ ਘਰੋਂ ਜਿਹੜਾ ਆ 1 ਕਿਲੋ 10 ਗ੍ਰਾਮ ਜਿਹੜਾ ਆ ਚਿੱਟਾ ਫੜਿਆ ਜਾਂਦਾ, ਤੇ ਬੀਬੀ ਜਗੀਰ ਕੌਰ ਦਾ ਬਿਆਨ ਆਉਂਦਾ ਕਿ ਅਸੀਂ ਉਹਨਾਂ ਦਾ, ਸਾਡੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ, ਪਰ ਕਾਫੀ ਫੋਟੋਜ਼ ਜਿਹੜੀਆਂ ਨੇ ਉਹਨਾਂ ਦਾ ਵਾਇਰਲ ਹੋ ਰਹੀਆਂ ਨੇ। ਅੱਜ ਅਸੀਂ ਇਹਦੇ ਬਾਰੇ ਬਿਆਨ ਦੇ ਚੁੱਕੇ ਹਾਂ, ਇਹਦੇ ਬਾਰੇ ਅਸੀਂ ਰਿਲੀਜ਼ ਕੀਤੀ ਹੋਈ ਹੈ ਖਬਰ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੋਂ, ਔਰ ਉਹ ਵੀ SGPC ਦੀ ਪ੍ਰਧਾਨ ਦੀ ਸੱਜੀ ਬਾਂਹ ਤੋਂ ਇਹ ਗੱਲ ਦਾ ਹੋਣਾ, ਇਸ ਤੋਂ ਮਾੜਾ ਕੀ ਹੋ ਸਕਦਾ? ਇਸ ਤੋਂ ਵੱਧ ਵੱਡਾ ਪ੍ਰੂਫ ਕੀ ਚਾਹੀਦਾ ਤੁਹਾਨੂੰ ਕਿ ਵੀ ਰਲੇ ਹੋਏ ਨੇ, ਕਿ ਇਹ ਰਲੇ ਵੀ ਹੈ। ਔਰ ਪੁਰਾਤਨ ਅਕਾਲੀ ਦਲ ਨਹੀਂ ਇਹ ਉਹ ਅਕਾਲੀ ਦਲ ਨਾ ਸਮਝੋ ਇਹਨਾਂ ਨੂੰ ਜਿਹੜਾ ਅਕਾਲੀ ਦਲ ਮੋਰਚੇ ਲਾਉਂਦਾ ਹੁੰਦਾ ਸੀ, ਜਿਹੜੇ ਅਕਾਲੀ ਦਲ ਨੇ ਪੰਜਾਬ ਔਰ ਪੰਥ ਵਾਸਤੇ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਇਹ ਉਹ ਅਕਾਲੀ ਦਲ ਨਹੀਂ। ਇਹ ਤਾਂ ਜੇਲ੍ਹ ਵੀ ਜਾਣਗੇ ਤਾਂ ਮਿਲਾਵਟ ਦੇ ਕੇਸ 'ਚ ਜਾਣਗੇ, ਇਹ ਕਦੇ ਗ੍ਰਿਫਤਾਰੀ ਨਹੀਂ ਦੇ ਸਕਦੇ। ਅੱਛਾ, ਵੀਡੀਓਜ਼ ਕਾਫੀ ਵਾਇਰਲ ਹੁੰਦੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੀਆਂ, ਕਈ ਬਿਆਨ ਜਦ ਸਿਆਸਤ ਦੀ ਰੈਲੀਆਂ ਲੱਗਦੀਆਂ ਨੇ ਨਾ, ਤਾਂ ਐਸੇ ਬਿਆਨ ਆ ਜਾਂਦੇ ਨੇ ਦੇਖ ਕੇ ਵੀ ਹਾਸੋਹੀਣੀਆਂ ਗੱਲਾਂ ਹੁੰਦੀਆਂ ਨੇ। ਸੁਖਬੀਰ ਸਿੰਘ ਬਾਦਲ ਜੀ ਇੱਕ ਵੀਡੀਓ ਦੇ ਵਿੱਚ ਕਹਿੰਦੇ ਨੇ ਕਿ ਜੇ ਸਾਡੀ ਸਰਕਾਰ ਬਣਾ ਦੋਗੇ ਤਾਂ ਅਸੀਂ ਟਰੱਕ ਭਰ ਕੇ ਜਿਹੜਾ ਨੋਟਾਂ ਦਾ ਲੈ ਕੇ ਆਵਾਂਗੇ, ਤਾਰ ਲਿਓ ਜਿੰਨੀ ਤਾਰਨੀਆਂ ਨੇ। ਵੀ ਤੁਸੀਂ ਇਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ, ਵੀ ਲੋਕ ਇਹ ਬਿਆਨਾਂ 'ਤੇ ਕਿਵੇਂ ਭਰੋਸਾ ਕਰ ਸਕਦੇ ਨੇ ਕਦੇ? ਦੇਖੋ, ਮੈਂ ਸੁਖਬੀਰ ਬਾਦਲ ਜੀ ਕਿਉਂ ਇਹੋ ਜਿਹੇ ਬਿਆਨ ਦਿੰਦੇ ਨੇ, ਜਾਂ ਮਤਲਬ ਇਹੋ ਜਿਹੇ ਹਾਸੋਹੀਣੀ, ਵੀ ਜਿਹੜਾ ਅੱਜ ਕੱਲ੍ਹ ਤਾਂ ਜਿਹੜੇ ਪੈਸੇ ਆਉਂਦੇ ਨੇ ਇੱਕ ਚੈੱਕ ਦੇ ਰੂਪ 'ਚ ਆਉਂਦੇ ਨੇ, ਨਾ ਤਾਂ ਟਰੱਕਾਂ 'ਚ ਪੈਸੇ ਲੋਡ ਹੋ ਕੇ ਆਉਂਦੇ ਆ, ਨਾ ਇਹ ਤਾਂ ਗੱਲਾਂ ਪਤਾ ਨਹੀਂ ਕਿਹੜੇ ਬਾਬੇ ਆਦਮ ਵੇਲੇ ਦੀਆਂ ਕਰ ਰਹੇ ਆ ਉਹ। ਅੱਜ ਕੱਲ੍ਹ ਤਾਂ ਇਲੈਕਟ੍ਰੋਨਿਕਲੀ ਆਪਾਂ ਟਰਾਂਸਫਰ ਕਰ ਦਿੰਦੇ ਆ, ਪਰ ਪਤਾ ਨਹੀਂ ਕੀ ਪਤਾ ਹੈ, ਮਜੀਠੀਏ ਵਾਂਗੂ ਉਹਨਾਂ ਨੂੰ ਵੀ ਲੋਕਾਂ ਨੂੰ ਹਸਾਉਣ ਦਾ ਆਦਤ ਜੀ ਪੈ ਗਈ ਹੋਵੇ, ਇਹੋ ਜਿਹੀ ਛੁਰਲੀ ਛੱਡ ਦਿੰਦੇ ਹੁਣ। ਆਖਰ ਦੇ ਵਿੱਚ ਜਾਂਦੇ ਆਪਾਂ ਕਿਸਾਨੀ ਸੰਘਰਸ਼ ਦੀ ਵੀ ਗੱਲ ਕਰ ਲਈਏ। ਜ਼ਰੂਰੀ ਹੈ ਕਿ ਕਿਸਾਨੀ ਸੰਘਰਸ਼ ਨੂੰ ਹੁਣ ਤਕਰੀਬਨ 24 ਤਰੀਕ ਨੂੰ 150 ਸਾਲ ਜਿਹੜੇ 150 ਦਿਨ ਜਿਹੜੇ ਜ਼ਰੂਰ ਬੀਤਣ ਵਾਲੇ ਨੇ। ਹੁਣ ਇੱਕ ਬਹੁਤ ਲੰਬਾ ਸੰਘਰਸ਼ ਚੱਲ ਗਿਆ, ਸਰਦੀਆਂ ਬੀਤ ਗਈਆਂ, ਹੁਣ ਗਰਮੀਆਂ ਜਿਹੜੀਆਂ ਨੇ ਬਿਲਕੁਲ ਕੰਢੇ 'ਤੇ ਖੜੀਆਂ ਨੇ। ਤਿਆਰੀਆਂ ਵੀ ਜਿਹੜੀ ਕਿਸਾਨਾਂ ਨੇ ਪੂਰੀ ਕੀਤੀਆਂ ਹੋਈਆਂ ਨੇ, ਜ਼ਿਮੀਂਦਾਰਾਂ ਨੇ ਹੁਣ ਡਟੇ ਹੋਏ ਨੇ। ਹੁਣ ਕਿਤੇ ਨਾ ਕਿਤੇ ਸਰਕਾਰ ਆਪਰੇਸ਼ਨ ਕਲੀਨ ਦਾ ਹਵਾਲਾ ਦੇ ਕੇ ਉਹਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ, ਜਿੱਥੇ ਕਿਸਾਨ ਆਗੂਆਂ ਨੇ ਵੀ ਬਿਆਨ ਦਿੱਤਾ ਕਿ ਜੇ ਆਪਰੇਸ਼ਨ ਕਲੀਨ ਹੁੰਦਾ ਤਾਂ ਅਸੀਂ ਵੀ ਆਪਰੇਸ਼ਨ ਸ਼ਕਤੀ ਕਰਾਂਗੇ। ਤੁਹਾਨੂੰ ਕੀ ਲੱਗਦਾ ਵੀ ਸਰਕਾਰ ਪਿਘਲਣ ਦਾ ਨਾਮ ਕਿਉਂ ਨਹੀਂ ਲੈ ਰਹੀ? ਵੀ BJP ਸਰਕਾਰ ਡਰੀ ਹੋਈ ਹੈ ਜਾਂ ਨਾ ਡਰਨ ਦਾ ਨਾਟਕ ਕਰ ਰਹੀ ਹੈ? ਮੈਂ ਤੁਹਾਨੂੰ ਦੱਸਦਾ, ਜਿਹੜੀ ਕਿਸਾਨੀ ਸੰਘਰਸ਼ ਹੈ, ਜਿੱਥੇ ਹਰ ਪੰਜਾਬੀ ਦਾ ਨਹੀਂ, ਸਾਰੇ ਦੇਸ਼ ਦੀ ਕਿਸਾਨੀ ਦਾ ਦਿਲ ਉੱਥੇ ਅਟਕਿਆ ਹੋਇਆ ਕਿਸਾਨੀ ਸੰਘਰਸ਼ ਹੈ। ਸਿੰਪਲ ਲੈਂਗੁਏਜ 'ਚ ਮੈਂ ਕਹਾਂ ਤਾਂ ਇੱਕ ਪਾਸੇ ਅਰਬਾਂਪਤੀ ਵਪਾਰੀ ਨੇ, ਇੱਕ ਪਾਸੇ 2-3 ਏਕੜ ਵਾਲਾ 5 ਏਕੜ ਵਾਲਾ ਕਿਸਾਨ ਹੈ। ਇਹ ਟੱਕਰ ਹੈ। ਹੁਣ ਦੇਖਣਾ ਇਹ ਹੈ ਕਿ ਕਿਸਾਨ ਕੋਲ ਤਾਂ ਹੁਣ ਗਵਾਉਣ ਨੂੰ ਕੁਝ ਰਿਹਾ ਨਹੀਂ। ਕਿਸਾਨ ਤਾਂ ਕਫਨ ਬੰਨ੍ਹ ਕੇ ਆਇਆ ਸੜਕ 'ਤੇ ਜੀ, ਅਤੇ ਅੰਬਾਨੀ ਅਡਾਨੀ ਭੱਜਣਾ ਉਹਨਾਂ ਨੂੰ ਪੈਣਾ। ਮੈਂ ਇਹ ਤੁਹਾਨੂੰ ਦੱਸਦਾ, ਜਿਹੜਾ ਇਹ ਆਪਰੇਸ਼ਨ ਕਲੀਨ ਦੀਆਂ ਗੱਲਾਂ ਕਰਦੇ ਆ ਨਾ, ਇਹ ਤਾਂ ਕਰਦੇ ਆ ਕਿ ਸ਼ਾਇਦ ਅਸੀਂ ਬੰਗਾਲ ਜਿੱਤ ਜਾਈਏ, ਸ਼ਾਇਦ ਅਸੀਂ ਇਲੈਕਸ਼ਨ ਜਿੱਤ ਜਾਈਏ। ਬਿਲਕੁਲ ਕਿਹਾ ਜਾ ਰਿਹਾ ਕਿ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਹੀ ਜਿਹੜਾ ਆਪਰੇਸ਼ਨ ਕਲੀਨ ਸ਼ੁਰੂ ਕੀਤਾ ਜਾਵੇਗਾ। ਉਹ ਆਏ ਆ 2 ਤਰੀਕ ਨੂੰ, 2 ਮਈ ਨੂੰ ਗਿਣਤੀ ਹੋਵੇਗੀ,
ਔਰ ਉੱਥੇ ਬੀਜੇਪੀ ਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਰਾਜਾਂ ਵਿੱਚ ਸਰਕਾਰਾਂ ਬਣਾ ਲਾਂਗੇ ਔਰ ਉਹਨਾਂ ਨੂੰ ਲੱਗਦਾ ਹੈ ਵੀ ਫਿਰ ਸਾਡੇ ਕੋਲੇ ਇੱਕ ਰਾਈਟ ਇਹੋ ਜਿਹਾ ਅਸੀਂ ਕਰ ਸਕਦੇ ਹਾਂ ਕਿ ਕਿਸਾਨੀ ਸੰਘਰਸ਼ ਨਾਲ ਅਸੀਂ ਥੋੜ੍ਹੀ ਜ਼ਬਰਦਸਤੀ ਕਰ ਸਕਦੇ ਹਾਂ। ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਹੈ ਬਹੁਤ ਗਲਤ ਸੋਚ ਹੈ। ਭਾਵੇਂ ਜਿੱਤ ਹਾਰ ਹੋਵੇ ਇਹਦਾ ਕੋਈ ਫਰਕ ਨਹੀਂ ਪੈਂਦਾ। ਕਿਸਾਨੀ ਸੰਘਰਸ਼ ਨਾਲ ਜੇ ਤਾਂ ਉਹਨਾਂ ਦੀਆਂ ਮੰਗਾਂ ਮੰਨ ਲਓਗੇ ਤਾਂ ਸਾਰੇ ਦੇਸ਼ ਲਈ ਇਸ ਤੋਂ ਚੰਗਾ ਹੋਰ ਕੁਛ ਨਹੀਂ ਗਾ। ਤੁਸੀਂ ਇੱਕ ਕਿਸਾਨ ਦੇ ਪਿੰਡੇ 'ਤੇ ਖਰੋਚ ਵੀ ਜਿੱਦਣ ਆ ਗਈ ਨਾ ਤੇ ਤੁਸੀਂ ਇਹ ਗੱਲ ਦੇਖ ਲਿਓ ਕਿ ਅਗਲੇ 20-30 ਸਾਲਾਂ ਤੱਕ ਹਿੰਦੁਸਤਾਨ 'ਚ ਸ਼ਾਂਤੀ ਨਹੀਂ ਮੁੜਨੀ। ਇਹ ਮੈਂ ਤੁਹਾਨੂੰ ਦੱਸਦਾ। ਇੱਕ ਵੀ ਕਿਸਾਨ ਦੇ ਪਿੰਡੇ 'ਤੇ ਜੇ ਖਰੋਚ ਆਊਗੀ ਨਾ ਤਾਂ 20-30 ਸਾਲਾਂ ਤੱਕ ਜਿਵੇਂ ਪੰਜਾਬ ਦਾ ਹਾਲ ਜੋ ਪਹਿਲਾਂ ਹੋਇਆ ਨਾ ਉਹ ਹੁਣ ਦੇਸ਼ ਦਾ ਹਾਲ ਉਹ ਹੋ ਜਾਊਗਾ। ਭੁੱਲ ਕੇ ਵੀ ਮੋਦੀ ਜੀ ਗਲਤੀ ਨਾ ਕਰ ਲਿਓ। ਬਸ ਇਹ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ। ਤੁਹਾਡੇ ਸਲਾਹਕਾਰ ਜਾਂ ਤੁਹਾਡੇ ਉਹ ਅਫਸਰ IAS ਅਫਸਰ ਜਿਹੜੇ AC ਕਮਰਿਆਂ 'ਚ ਬਹਿ ਕੇ ਤੁਹਾਨੂੰ ਸਲਾਹ ਦਿੰਦੇ ਨੇ, ਵੇਖਿਓ ਅੱਗੇ ਇੰਦਰਾ ਗਾਂਧੀ ਨੇ ਇਹੀ ਪੰਗਾ ਲੈ ਲਿਆ ਸੀ। ਇਹ ਕੰਮ ਆਪਦੇ ਦਿਲ ਨਾਲ ਸੋਚ ਕੇ ਇਹਨੂੰ ਨਿਪਟਾਓ। ਇਹਨੂੰ ਆਪਣੇ ਸਲਾਹਕਾਰਾਂ ਦੇ ਦਿਮਾਗਾਂ ਦੀ ਜਿਹੜੀ ਗੱਲ ਹੈ ਉਹ ਨਹੀਂ ਕਾਮਯਾਬ ਹੋਣੀ। ਬਹੁਤ ਬਹੁਤ ਧੰਨਵਾਦ ਬਾਦਲ ਸਾਹਿਬ। ਸੋ ਇਹ ਸਨ ਬੱਬੀ ਬਾਦਲ ਜੀ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਯੂਥ ਪ੍ਰੈਜ਼ੀਡੈਂਟ। ਤੁਸੀਂ ਸੁਣ ਹੀ ਲਿਆ ਕਿ ਹੁਣ ਜਿਹੜਾ ਇੱਕ ਚੌਥਾ ਫਰੰਟ ਜਿਹੜਾ ਉੱਭਰ ਕੇ ਹੁਣ 22 ਦੀ ਚੋਣਾਂ ਦੇ ਵਿੱਚ 22 ਦੀ ਸਿਆਸਤ ਦੇ ਵਿੱਚ ਜਿਹੜਾ ਹੁਣ ਪੈਰ ਰੱਖਣ ਲੱਗੇ ਨੇ। ਪਾਰਟੀ ਦਾ ਕੀ ਨਾਮ ਹੈ ਫਿਲਹਾਲ ਇਹ ਮਈ ਦੇ ਵਿੱਚ ਜਿਹੜਾ ਹੈ ਅਨਾਊਂਸ ਕਰ ਦਿੱਤਾ ਜਾਵੇਗਾ ਤੇ ਹੋਰ ਵੀ ਕਾਫੀ ਜਿਹੜੇ ਗੱਠਜੋੜ ਨੇ ਇਹਨਾਂ ਦੇ ਵੱਲੋਂ ਕੀਤੇ ਜਾਣਗੇ। ਪੰਥਕ ਪਾਰਟੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਨਾਲ ਗੱਠਜੋੜ ਕਰਨਗੀਆਂ। ਉਮੀਦ ਕਰਦੇ ਹਾਂ ਕਿ 22 ਦੀ ਚੋਣਾਂ ਦੇ ਵਿੱਚ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਹੇਗਾ ਤੇ ਲੋਕ ਇਹਨਾਂ 'ਤੇ ਭਰੋਸਾ ਕਰਕੇ ਇਹਨਾਂ ਨੂੰ ਵੋਟਾਂ ਪਾਉਣਗੇ। ਜਿਹੜੇ ਵਾਅਦੇ ਕਰਨਗੇ ਜੇ ਚੋਣਾਂ ਜਿੱਤਦੇ ਨੇ ਤਾਂ ਉਹਨਾਂ ਦੇ ਉੱਤੇ ਖਰਾ ਵੀ ਉਤਰਨਗੇ। ਇਹੋ ਜਿਹੀਆਂ ਹੋਰ ਸ਼ਖਸੀਅਤਾਂ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਮਿਲਾਉਂਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਨਿਰਪੱਖ ਪੋਸਟ ਚੈਨਲ। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ। ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।